ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਵਾਹਿਗੁਰੂ ਜੀ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਸੁਖਕੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਜੋਰ ਕਰ ਬੰਦ ਜਿਸ ਮੈਂ ਹੈ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਜਜਨ ਭਜਨ ਮਮ ਖਾਲਸਾ ਖਾਲਸਾ ਪੂਜ ਬਿਜੋਗ ਦਾਸ ਗੋਬਿੰਦ ਫਤਿਹ ਖਾਲਸਾ ਦਰਸ ਪਰਸ ਮਿਟੇ ਸੋਗ ਆਤਮ ਰਸ ਜੋ ਜਾਣਹੀ ਸੋ ਹੈ ਖਾਲਸ ਦੇਵ ਪ੍ਰਭ ਮਹਿ ਮੋਹ ਮਹਿ ਤਾਸ ਮਹਿ ਰੰਚਕ ਨਾਹਿਨ ਭੇਵ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਓ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਓ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਵਾਹਿਗੁਰੂ ਤੋ ਮਾਲੀ ਨੈ ਹਮ ਕਹਿਓ ਇਤਨੀ ਬਾਤ ਬਤਾਹੋ ਸਿੰਘਨ ਪਾਇਓ ਰਾਜ ਕੇ ਮੋ ਔ ਦਿਨੋ ਕਿਨ ਪਤ ਸਾਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਚਰਨਾਂ ਵਿੱਚ ਸੁਭਾਏਮਾਨ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਜੀ ਅਤਿਅੰਤ ਵੱਡੇ ਭਾਗਾਂ ਵਾਲੇ ਹੋ ਜੋ ਅੱਜ ਦੁਸ਼ਹਿਰੇ ਦਾ ਦਿਹਾੜਾ ਹੈ। ਭਾਵੇਂ ਸਨਾਤਨ ਮਤ ਦੇ ਵਿੱਚ ਇਹ ਰਾਵਣ ਦੀ ਮੌਤ ਕਰਕੇ ਜਾਣਿਆ ਜਾਂਦਾ ਹੈ, ਪਰੰਤੂ ਖਾਲਸੇ ਪੰਥ ਵਿੱਚ ਇਹਦਾ ਵੱਖਰਾ ਮਹਾਤਮ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਲਗੀਧਰ ਪਾਤਸ਼ਾਹ ਜੋ ਸਾਵਣ ਭਾਦਰੋਂ ਦੇ ਪਿਛਲੇ ਮਹੀਨੇ ਲੰਘਦੇ ਹਨ, ਉਹਨਾਂ 'ਚ ਬਰਸਾਤ ਬਹੁਤ ਪੈਂਦੀ ਹੈ। ਮੀਂਹ ਪੈਣ ਕਰਕੇ ਜਿਹੜੇ ਸ਼ਸਤਰ ਹਨ ਉਹਨਾਂ ਨੂੰ ਜੰਗਾਲ ਲੱਗ ਜਾਂਦਾ ਹੈ। ਉਹਨਾਂ ਸਾਰੇ ਸ਼ਸਤਰਾਂ ਨੂੰ ਸਾਫ਼ ਕਰਨਾ ਪੈਂਦਾ ਹੈ। ਸਤਿਗੁਰੂ ਪਾਤਸ਼ਾਹ ਜੀ 9 ਦਿਨ ਪੂਰੇ ਨਰਾਤਿਆਂ ਦੇ ਜੋ ਹੁੰਦੇ ਹਨ, ਇਹਨਾਂ ਦੇ ਵਿੱਚ ਸ਼ਸਤਰਾਂ ਦੀ ਸੇਵਾ ਕਰਾਇਆ ਕਰਦੇ ਸਨ। 10ਵੇਂ ਦਿਨ ਸਾਰੇ ਸ਼ਸਤਰ ਤਖਤ ਤੇ ਪ੍ਰਕਾਸ਼ ਕਰਕੇ ਉਹਨਾਂ ਦਾ ਪੂਜਨ ਹੁੰਦਾ ਸੀ। ਹਜੂਰ ਆਪਣੀ ਬਾਣੀ ਵਿੱਚ ਲਿਖਦੇ ਅਸ ਕਿਰਪਾਨ ਖੰਡੋ ਖੜਗ ਤੁਪਕ ਤਬਰ ਅਰ ਤੀਰ ਸੈਫ ਸਰੋਹੀ ਸਹਿਥੀ ਯਹ ਹਮਾਰੇ ਪੀਰ। ਉਸ ਦਿਨ ਤੋਂ ਦੁਸ਼ਹਿਰਾ ਜੋ ਹੈ ਖਾਲਸੇ ਪੰਥ ਵਿੱਚ ਸ਼ਸਤਰਾਂ ਦੀ ਪੂਜਾ ਦਾ ਦਿਨ ਕਰਕੇ ਮਨਾਇਆ ਜਾਂਦਾ ਹੈ। ਸੋ ਇਹ ਸਾਨੂੰ ਸ਼ਸਤਰਾਂ ਦੇ ਨਾਲ ਹਜੂਰ ਨੇ ਜੋੜਿਆ। ਗਾਤਰੇ 'ਚ ਕਿਰਪਾਨ ਪਵਾਈ, ਖੰਡੇ ਦਾ ਅੰਮ੍ਰਿਤ ਛਕਾਇਆ, ਭਗਤੀ ਸ਼ਕਤੀ ਸ਼ਾਂਤੀ ਕ੍ਰਾਂਤੀ ਨੂੰ ਕਤਰ ਕੀਤਾ ਔਰ ਬੀਰ ਰਸ ਵਾਲੀ ਜੋ ਦਸਮ ਦੀ ਬਾਣੀ ਹੈ ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਸਿੰਘਾਂ ਨੂੰ ਪੜ੍ਹਾਇਆ ਕਰਦੇ ਸਨ, ਜਿਸ ਨੂੰ ਪੜ੍ਹ ਕੇ ਕਾਇਰਾਂ ਦੇ ਵੀ ਹੌਸਲੇ ਬੁਲੰਦ ਹੋ ਜਾਂਦੇ ਆ ਤੇ ਕੱਲਾ ਕੱਲਾ ਸਿੰਘ ਸਵਾ ਲੱਖ ਨਾਲ ਲੜਨ ਦੇ ਬਰਾਬਰ ਹੋ ਜਾਂਦਾ। ਸੋ ਅੱਜ ਦੇ ਦਿਹਾੜੇ ਆਪਾਂ ਕਲਗੀਧਰ ਪਾਤਸ਼ਾਹ ਦਾ ਇਤਿਹਾਸ ਭਾਈ ਸਾਹਿਬ ਕੁਲਜੀਤ ਸਿੰਘ ਜੀ ਦੀ ਰਚਨਾ ਤੋਂ ਸਰਵਣ ਕੀਤਾ ਹੈ। ਚਮਕੌਰ ਸਾਹਿਬ ਦਾ ਉਹ ਪ੍ਰਸੰਗ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਤਾੜੀ ਮਾਰ ਕੇ ਪੀਰੇ ਹਿੰਦ ਮੇਰ ਵੱਧ ਕਹਿ ਕੇ ਨਿਕਲੇ ਸਨ ਔਰ ਲੱਖਾਂ ਵੈਰੀਆਂ ਦੇ ਘੇਰੇ ਵਿੱਚੋਂ ਸਾਫ਼ ਨਿਕਲ ਗਏ ਸਨ। ਇਹ ਸਾਨੂੰ ਇਤਿਹਾਸ ਸੁਣਾ ਰਹੇ ਸਨ ਤੇ ਗੁਰਪੰਥ ਪ੍ਰਕਾਸ਼ ਦਾ ਇਤਿਹਾਸ ਜਿਹੜਾ ਆਪ ਜੀ ਹਰ ਰੋਜ਼ ਸ਼ਾਮ ਨੂੰ ਸਰਵਣ ਕਰ ਰਹੇ ਹੋ। ਅੰਗਰੇਜ਼ਾਂ ਨੇ ਪੁੱਛਿਆ ਵੀ ਸਿੰਘਾਂ ਦਾ ਰਾਜ ਕਿਵੇਂ ਬਣਿਆ, ਕਿਉਂਕਿ ਬਾਦਸ਼ਾਹ ਸ਼ਾਹ ਆਲਮ ਨੇ ਕੁਫਰ ਤੋਲ ਦਿੱਤਾ ਕਿ ਸਿੰਘ ਸਾਡੀ ਰਈਅਤ ਨੇ, ਇਹ ਤਾਂ ਬਸ ਜਦੋਂ ਨਾਦਰ ਸ਼ਾਹ ਆਇਆ ਇਹ ਮਾਲਕ ਬਣ ਕੇ ਬਹਿ ਗਏ ਨੇ ਮੁਲਕ ਦੇ, ਔਰ ਇਹਨਾਂ ਨੇ ਕੋਈ ਚੰਗਾ ਕੰਮ ਨਹੀਂ ਕੀਤਾ, ਇਹ ਜਰੈਮ ਪੇਸ਼ਾ ਲੋਕ ਨੇ।
ਸ਼ਾਹ ਆਲਮ ਦੀ ਗੱਲ ਅੰਗਰੇਜ਼ ਨੇ ਲਿਖ ਤਾਂ ਲਈ, ਪਰ ਲੰਡਨ ਭੇਜਣ ਤੋਂ ਪਹਿਲਾਂ ਉਹਦੀ ਤਸਦੀਕ ਕਰਨੀ ਚਾਹੁੰਦਾ ਸੀ। ਆਫਟਰ ਲੋਨੀ ਜਰਨੈਲ ਨੇ ਆਪਣੇ ਜੂਨੀਅਰ ਅਫਸਰ ਕੈਪਟਨ ਮਰੀ ਦੀ ਡਿਊਟੀ ਲਾਈ ਕਿ ਤੂੰ ਸਿੱਖਾਂ ਦਾ ਇਤਿਹਾਸ ਲਿਖਵਾ। ਕੈਪਟਨ ਮਰੀ ਨੇ ਬੂਟੇ ਸ਼ਾਹ ਮੌਲਵੀ ਨੂੰ ਸੱਦਿਆ ਕਿ ਸਿੱਖਾਂ ਦੀ ਹਿਸਟਰੀ, ਪੰਜਾਬ ਦੀ ਹਿਸਟਰੀ, 100 ਸਾਲ ਦਾ ਇਤਿਹਾਸ ਲਿਖ ਕੇ ਦਿਓ। ਬੂਟੇ ਸ਼ਾਹ ਮੌਲਵੀ ਨੂੰ ਜਦੋਂ ਕੈਪਟਨ ਮਰੀ ਇਤਿਹਾਸ ਲਿਖਣ ਲਈ ਕਹਿ ਰਿਹਾ ਸੀ ਤੇ ਉਸੇ ਕਚਹਿਰੀ ਹਮ ਥੇ ਗਏ। ਭਾਈ ਰਤਨ ਸਿੰਘ ਜੀ ਭੰਗੂ ਭੜੀ ਪਿੰਡ ਤੋਂ ਉੱਠ ਕੇ, ਜਿਹੜਾ ਖੰਨੇ ਦੇ ਲਾਗੇ ਹੈ, ਉਹ ਕਚਹਿਰੀ 'ਚ ਗਏ ਸਨ ਤੇ ਕਚਹਿਰੀ ਦੇ ਵਿੱਚ ਇਹ ਗੱਲ ਸੁਣ ਕੇ ਸੋਚਾਂ 'ਚ ਪੈ ਗਏ ਵੀ ਇਹ ਮੌਲਵੀ ਹੈ ਮੁਸਲਮਾਨ, ਕਬ ਸਿੰਘਨ ਜਸ ਕਰੇ ਬਖਾਨ, ਇਹ ਖਾਲਸੇ ਦੀ ਵਡਿਆਈ ਕਿਵੇਂ ਲਿਖੇਗਾ। ਤੇ ਉਹਨਾਂ ਨੇ ਉਸ ਕੈਪਟਨ ਮਰੀ ਨੂੰ ਕਿਹਾ ਵੀ ਜਿਹੜਾ ਇੱਕ ਇਤਿਹਾਸ ਲਿਖਵਾਏਗਾ ਉਹ ਪਹਿਲਾਂ ਮੈਨੂੰ ਦਿਖਾਇਆ ਜੇ, ਫਿਰ ਲੰਡਨ ਭੇਜਿਆ ਜੇ। ਮਰੀ ਹਮਾਰੋ ਮਿੱਤ ਭਇਓ, ਉਹ ਜਿਹੜਾ ਮਰੀ ਕੈਪਟਨ ਸੀਗਾ, ਰਤਨ ਸਿੰਘ ਜੀ ਕਹਿੰਦੇ ਸਾਡਾ ਦੋਸਤ ਬਣ ਗਿਆ, ਮਿੱਤਰ ਬਣ ਗਿਆ, ਸਾਡੀ ਉਹਦੇ ਨਾਲ ਬੈਠ ਉੱਠਣ ਹੋ ਗਈ, ਆਣ ਜਾਣ ਲੱਗ ਪਏ। ਤੇ ਉਹਦੇ ਨਾਲ ਗੱਲਬਾਤ ਕਰਦਿਆਂ ਕੈਪਟਨ ਮਰੀ ਨੇ ਉਹ ਇਤਿਹਾਸ ਜਿਹੜਾ ਬੂਟੇ ਸ਼ਾਹ ਜਿੰਨਾ ਲਿਖਵਾਇਆ ਉਹਨਾਂ ਉਹ ਭਾਈ ਰਤਨ ਸਿੰਘ ਨੂੰ ਪੜ੍ਹਾ ਦਿੱਤਾ। ਰਤਨ ਸਿੰਘ ਨੇ ਪੜ੍ਹ ਕੇ ਸਿਰ ਫੇਰਿਆ, ਕਹਿੰਦਾ ਇਨ ਗੱਲ ਸਿੰਘਨ ਕਹੀ ਨਾ ਸਾਰੀ, ਇਹਨੇ ਖਾਲਸੇ ਦੀ ਸਾਰੀ ਗੱਲ ਨਹੀਂ ਦੱਸੀ, ਸਿੰਘਾਂ ਦੀ ਸਾਰੀ ਗੱਲ ਨਹੀਂ ਦੱਸੀ। ਫਿਰ ਮਰੀ ਕਹਿੰਦਾ ਤੁਸੀਂ ਦੱਸੋ। ਤੇ ਕੈਪਟਨ ਮਰੀ ਨੂੰ ਭਾਈ ਸਾਹਿਬ ਭਾਈ ਰਤਨ ਸਿੰਘ ਜੀ ਖਾਲਸੇ ਦਾ ਇਤਿਹਾਸ, ਆਪਣੇ ਬਜ਼ੁਰਗਾਂ ਦਾ ਇਤਿਹਾਸ, ਭਾਈ ਰਾਏ ਸਿੰਘ ਜੀ, ਭਾਈ ਮਤਾਬ ਸਿੰਘ ਜੀ ਜੋ ਉਹਨਾਂ ਦੇ ਵੱਡੇ ਸਨ, ਨਾਨਾ ਸਰਦਾਰ ਸ਼ਾਮ ਸਿੰਘ ਜੀ ਨਾਰਲੀ ਵਾਲੇ, ਇਹਨਾਂ ਬਹਾਦਰ ਸੂਰਬੀਰ ਸਿੰਘਾਂ ਦਾ ਦੱਸਿਆ ਹੋਇਆ ਇਤਿਹਾਸ ਅੱਗੇ ਦੱਸ ਰਹੇ ਨੇ। ਭਾਈ ਰਤਨ ਸਿੰਘ ਜੀ ਦੀ ਕਲਮ ਤੋਂ ਆਪਾਂ ਇਤਿਹਾਸ ਸੁਣੀਏ। ਸਾਰੀ ਸੰਗਤ ਪਿਆਰ ਵਿੱਚ ਆ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। दोहरा तो माली न हम कहो इतनी बात बताहो। ਕੈਪਟਨ ਮਰੀ ਕਹਿਣ ਲੱਗਾ ਭਾਈ ਰਤਨ ਸਿੰਘ ਜੀ ਇੰਨੀ ਗੱਲ ਤਾਂ ਦੱਸੋ। ਸਿੰਘਨ ਪਾਇਓ ਰਾਜ ਕਿਮ ਉਹ ਦਿਨੋ ਕਿਨ ਪਤਸਾਹੋ। ਮੈਂ ਇਹ ਪੁੱਛਣਾ ਚਾਹੁੰਦਾ ਵੀ ਇਹ ਸਿੰਘਾਂ ਨੇ ਰਾਜ ਕਿਵੇਂ ਪ੍ਰਾਪਤ ਕੀਤਾ ਹੈ, ਇਹਨਾਂ ਨੂੰ ਬਾਦਸ਼ਾਹੀ ਕਿਹਨੇ ਦਿੱਤੀ ਹੈ, ਕਿਹੜੇ ਪਾਤਸ਼ਾਹ ਨੇ, ਮੁਗਲ ਬਾਦਸ਼ਾਹ ਜਹਾਂਗੀਰ ਤੋਂ ਲੈ ਕੇ ਔਰੰਗਜ਼ੇਬ ਤੱਕ, ਬਾਬਰ ਤੋਂ ਲੈ ਕੇ ਬਾਦਸ਼ਾਹ ਹੋਏ ਨੇ, ਕਿਸੇ ਬਾਦਸ਼ਾਹ ਨੇ ਕੋਈ ਪਟਾ ਲਿਖ ਕੇ ਦਿੱਤਾ? ਕੋਈ ਸਿੰਘ ਰਾਜ ਕਰ ਰਹੇ ਨੇ ਕਿਹਦੀ ਆਗਿਆ ਲੈ ਕੇ ਕਰ ਰਹੇ ਨੇ, ਕਿਹਦੀ ਮਨਜ਼ੂਰੀ ਨਾਲ ਇਹ ਬਾਦਸ਼ਾਹ ਬਣੇ ਬੈਠੇ ਨੇ, ਰਜਵਾੜੇ ਬਣੇ ਬੈਠੇ ਨੇ? ਚੌਪਈ ਤਿਸੈ ਬਾਤ ਮੈਂ ਐਸੇ ਕਹੀ। ਇਹ ਗੱਲ ਸੁਣ ਕੇ ਭਾਈ ਰਤਨ ਸਿੰਘ ਜੀ ਜਵਾਬ ਦੇਣ ਲੱਗੇ। ਸਿੰਘਨ ਪਤਸ਼ਾਹੀ ਸਾਚੇ ਸੱਚੈ ਦਈ। ਉਹ ਕਹਿਣ ਲੱਗੇ ਸਿੰਘਾਂ ਨੂੰ ਤੇ ਸੱਚੇ ਪਾਤਸ਼ਾਹ ਨੇ ਪਾਤਸ਼ਾਹੀ ਦਿੱਤੀ ਹੈ। ਸਿੰਘਨ ਪਾਤਸ਼ਾਹੀ ਸ਼ਾਹੇ ਸੱਚੈ ਦਈ, ਸੱਚੇ ਸ਼ਾਹ ਨੇ, ਸੱਚੇ ਪਾਤਸ਼ਾਹ ਨੇ ਸਿੰਘਾਂ ਨੂੰ ਰਾਜ ਦਿੱਤਾ ਹੈ। ਮਰੀ ਕਹਿਓ ਸ਼ਾਏ ਸੱਚੋ ਕੋਏ। ਉਹ ਕੈਪਟਨ ਮਰੀ ਨੇ ਫਿਰ ਸਵਾਲ ਕੀਤਾ ਇਹ ਸੱਚਾ ਪਾਤਸ਼ਾਹ ਕੌਣ ਹੈ? ਐਸਾ ਕਹਿਓ ਸ਼ਾਹ ਨਾਨਕ ਜੋਏ। ਅੱਗੋਂ ਰਤਨ ਸਿੰਘ ਕਹਿਣ ਲੱਗਾ ਸਾਡਾ ਸੱਚਾ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਮਹਾਰਾਜ ਹੈ। ਮਰੀ ਕਹਿਓ ਪਇਓ ਨਾਨਕ ਫਕੀਰ। ਅੱਗੋਂ ਕੈਪਟਨ ਮਰੀ ਗੁਰੂ ਨਾਨਕ ਸਾਹਿਬ ਬਾਰੇ ਥੋੜਾ ਜਾਣਦਾ ਸੀ। ਕੈਪਟਨ ਮਰੀ ਕਹਿਣ ਲੱਗਾ ਨਾਨਕ ਤੇ ਫਕੀਰ ਹੋਇਆ ਹੈ, ਉਹ ਤਾਂ ਸਾਧੂ ਹੋਇਆ ਹੈ, ਫੱਕਰ ਆਦਮੀ ਸੀ, ਤੁਰਿਆ ਫਿਰਦਾ ਸੰਸਾਰ ਦੇ ਵਿੱਚ, ਉਹਨੇ ਕਿਵੇਂ ਰਾਜ ਦੇ ਦਿੱਤਾ ਤੁਹਾਨੂੰ? ਹੁਣ ਸਾਹੀ ਕੀ ਕਿਆ ਤਦਬੀਰ। ਉਹ ਤਾਂ ਫਕੀਰ ਸੀ, ਸਾਧੂ ਸੀ, ਸੰਤ ਸੀ, ਉਹਨੂੰ ਬਾਦਸ਼ਾਹੀ ਦੇਣ ਦਾ ਕੀ ਅਧਿਕਾਰ ਸੀ? ਉਹਦੇ ਕੋਲ ਕਿੱਥੇ ਰਾਜ ਸੀ ਜਿਹੜਾ ਉਹਨੇ ਤੁਹਾਨੂੰ ਦਿੱਤਾ ਹੈ? ਹਮੇ ਕਹਿਓ ਵੈ ਸ਼ਾਹਿਨ ਸ਼ਾਹ। ਰਤਨ ਸਿੰਘ ਕਹਿਣ ਲੱਗਾ ਕੈਪਟਨ ਮਰੀ ਉਹ ਤੇ ਸ਼ਾਹਾਂ ਦਾ ਵੀ ਸ਼ਾਹ ਸੀ, ਉਹ ਤੇ ਪਾਤਸ਼ਾਹ ਦਾ ਪਾਤਸ਼ਾਹ ਸੀ, ਉਹ ਤਾਂ ਸੱਚਾ ਪਾਤਸ਼ਾਹ ਸੀ। ਦੀਨ ਦੁਨੀ ਸੱਚੋ ਪਤਸ਼ਾਹ। ਉਹ ਦੀਨ ਦੁਨੀ ਦਾ ਮਾਲਕ ਸੀ, ਸਤਿਗੁਰ ਸੱਚਾ ਪਾਤਸ਼ਾਹ, ਕੂੜੇ ਪਾਤਸ਼ਾਹ ਦੁਨੀਆਵੇ। ਆਹ ਤੇ ਦੁਨੀਆ ਦੇ ਝੂਠੇ ਪਾਤਸ਼ਾਹ ਨੇ,
ਉਹ ਸੱਚਾ ਪਾਤਸ਼ਾਹ ਸੀ, ਕੋਈ ਹਰ ਸਮਾਨ ਨਹੀਂ ਰਾਜਾ, ਉਹਦੇ ਬਰਾਬਰ ਕੋਈ ਰਾਜਾ ਮਹਾਰਾਜਾ ਨਹੀਂ ਸੀ। ਕਈ ਸ਼ਾ ਤਿਨ ਕੀਓ ਫਕੀਰਾ, ਉਹਦੀ ਮਰਜ਼ੀ ਸੀ, ਉਹਨੇ ਦੇ ਕਈ ਬਾਦਸ਼ਾਹ ਨੂੰ ਫਕੀਰੀਆਂ ਦੇਤੀਆਂ, ਬੜੇ ਬੜੇ ਰਾਜੇ ਮਹਾਰਾਜਿਆਂ ਨੂੰ ਫਕੀਰ ਬਣਾ ਦਿੰਦਾ ਸੀ ਉਹ। ਕਈ ਫਕੀਰ ਕਰ ਦੀਨੇ ਪੀਰਾ, ਤੇ ਕਈਆਂ ਫਕੀਰਾਂ ਨੂੰ ਬਾਦਸ਼ਾਹ ਬਣਾ ਦਿੰਦਾ ਸੀ। ਉਹਦੀ ਮਰਜ਼ੀ ਸੀ, ਨਦਰ ਉਹ ਪੱਠੀ ਜੇ ਕਰੇ ਸੁਲਤਾਨਾ ਘਾਓ ਕਰਾਏਂਦਾ, ਦਰ ਮੰਗਣ ਭਿਖ ਨਾ ਪਾਏਂਦਾ। ਤੇ ਜੇ ਉਹ ਆਪਣੀ ਮਰਜ਼ੀ ਦੇ ਆ ਜਾਵੇ ਤੇ ਭਿਖਾਰੀਆਂ ਨੂੰ ਬਾਦਸ਼ਾਹੀਆਂ ਦੇ ਦਿੰਦਾ ਸੀ। ਰਹਿਓ ਆਪ ਹੋਏ ਬੇਪਰਵਾਹ, ਉਹ ਪਾਤਸ਼ਾਹ ਦਾ ਪਾਤਸ਼ਾਹ ਸੀ, ਰਾਜਿਆਂ ਦਾ ਰਾਜਾ ਸੀ, ਉਹ ਮਹਾਰਾਜਿਆਂ ਦਾ ਮਹਾਰਾਜਾ ਸੀ, ਉਹ ਬੇਪਰਵਾਹ ਸੀ। ਉਹਨੂੰ ਰਾਜ ਭਾਗ ਤੇ ਉਹਦੇ ਚਰਨਾਂ 'ਚ ਰੁਲਦੇ ਸਨ। ਯੋ ਨਾਨਕ ਪਇਓ ਸ਼ਾਹਿਨ ਸ਼ਾਹ, ਆ ਕੈਪਟਨ ਮਰੀ ਜਿਹਦੀ ਤੂੰ ਗੱਲ ਕਰਦਾ ਉਹ ਫਕੀਰ ਸੀ, ਉਹ ਫਕੀਰ ਨਹੀਂ ਸੀ, ਉਹ ਪੀਰਾਂ ਦਾ ਪੀਰ, ਗੁਰੂਆਂ ਦਾ ਗੁਰੂ, ਰਾਜਿਆਂ ਦਾ ਰਾਜਾ, ਸੰਤਾਂ ਦਾ ਸੰਤ, ਸਰਬ ਗੁਣ ਪੂਰਨ ਸੀ ਉਹ। ਉਹਦੇ ਦੇ ਚਰਨਾਂ ਵਿੱਚ ਬਾਦਸ਼ਾਹੀਆਂ ਰੁਲਦੀਆਂ ਸਨ। ਜਿਨ ਸ਼ਾਹ ਨਾਨਕ ਚਰਨ ਪ੍ਰਸਾਏ, ਜਿਸ ਨੇ ਉਸ ਗੁਰੂ ਨਾਨਕ ਦੇ ਚਰਨ ਪਕੜ ਲਏ, ਉਹਦੇ ਚਰਨਾਂ ਦਾ ਓਟ ਆਸਰਾ ਲੈ ਲਿਆ, ਤਿਨ ਮੈਂ ਸ਼ਗਤ ਇਤੀ ਭਈ ਆਏ। ਉਹ ਜਿਹੜੇ ਗੁਰੂ ਨਾਨਕ ਦੀ ਤਾਂ ਤੂੰ ਗੱਲ ਛੱਡ ਦੇ, ਐ ਕੈਪਟਨ ਮਰੀ ਜਿਹੜੇ ਬੰਦੇ ਨੇ ਉਹਦੇ ਪੈਰਾਂ ਦੀ ਧੂੜ ਮੱਥੇ ਲਾ ਲਈ, ਹਾਂ, ਤਿਨ ਮੈਂ ਸ਼ਗਤ ਇਤੀ ਭਈ ਆਏ। ਉਹਨਾਂ ਵਿੱਚ ਤੇ ਇੰਨੀਆਂ ਸ਼ਕਤੀਆਂ ਆ ਗਈਆਂ ਗੁਰੂ ਨਾਨਕ ਦੇ ਸਿੱਖਾਂ ਵਿੱਚ, ਗੁਰੂ ਨਾਨਕ ਦੇ ਸੇਵਕਾਂ ਵਿੱਚ ਇੰਨੀਆਂ ਕਰਾਮਾਤਾਂ ਸਨ। ਚਿੜੀਆਂ ਤੇ ਉਹਨਾਂ ਬਾਜ ਕੁਹਾਏ, ਉਹਦੇ ਸਿੱਖਾਂ ਨੇ ਤੇ ਚਿੜੀਆਂ ਤੋਂ ਬਾਜ ਤੁੜਾਤੇ। ਉਹਦੀ ਜਿੰਨੀ ਸ਼ਕਤੀ ਸੀ ਗੁਰੂ ਨਾਨਕ ਦੇ ਵਿੱਚ, ਉਹਦੇ ਚਰਨਾਂ ਦੀ ਧੂੜ ਲੈ ਕੇ ਮਿੱਟੀ ਸੋਨਾ ਬਣ ਜਾਂਦੀ ਸੀ, ਪੱਥਰ ਹੀਰੇ ਬਣ ਜਾਂਦੇ ਸਨ। ਹਾਂਜੀ, ਛੇਲਣ ਕੋਲੋਂ ਸ਼ੇਰ ਤੁੜਾਏ, ਉਸ ਗੁਰੂ ਨਾਨਕ ਨੇ ਬੱਕਰੀਆਂ ਕੋਲੋਂ ਸ਼ੇਰ ਮਰਵਾ ਦਿੱਤੇ ਤੇ ਚਿੜੀਆਂ ਤੋਂ ਬਾਜ ਮਰਵਾ ਦਿੱਤੇ। ਦੋਹਰਾ ਜਿਨ ਕਾ ਘੋੜੇ ਗੈਲ ਲਖ ਤੋਪਨ ਕਈ ਹਜ਼ਾਰ, ਉਹ ਬਾਦਸ਼ਾਹੀ ਜਿਹਦੇ ਕੋਲ ਲੱਖਾਂ ਫੌਜਾਂ ਸਨ, 10,000 ਵੱਡੀਆਂ ਤੋਪਾਂ ਸਨ, 50,000 ਛੋਟੀਆਂ ਤੋਪਾਂ ਸਨ, ਕਿਲਿਆਂ ਦੀ ਕੋਈ ਗਿਣਤੀ ਕੋਈ ਨਹੀਂ ਸੀ, ਖਜ਼ਾਨੇ ਭਰੇ ਪਏ ਸਨ। ਉਹੋ ਜੀਆਂ ਬਾਦਸ਼ਾਹੀਆਂ, ਔਰੰਗਜ਼ੇਬ ਵਰਗੇ ਬਾਦਸ਼ਾਹਾਂ ਦੀਆਂ ਬਾਦਸ਼ਾਹੀਆਂ। ਤਖਤ ਪਾਸ਼ਾਹੀ ਬੈਤ ਕਰਤ ਤਿਨ ਦਾਸਨ ਦੀਨੇਗਾਰ, ਜਿਹੜੇ ਤਖਤਾਂ ਦੇ ਬਹਿ ਕੇ ਰਾਜ ਕਰਦੇ ਸੀ, ਜਿਨ੍ਹਾਂ ਦੇ ਰਾਜ ਵਿੱਚ ਸੂਰਜ ਨਹੀਂ ਸੀ ਛਿਪਦਾ, ਜਿਹੜੇ ਚੜ੍ਹਦੇ ਤੋਂ ਛਿਪਦੇ ਤੱਕ ਮਾਲਕ ਸੀ ਮੁਲਕਾਂ ਦੇ, ਉਸ ਗੁਰੂ ਨਾਨਕ ਦੇ ਦਾਸਾਂ ਨੇ ਗਾਲ ਸੁੱਟੇ ਹਨ। ਭਾਗ ਨੁਗਦ ਲੈ ਨਾਮ ਸਿਰ ਡਾਰੇ ਜਾ ਕੇ ਦਾਸ। ਮੈਂ ਉਸ ਗੁਰੂ ਨਾਨਕ ਦੀ ਗੱਲ ਕਰਦਾ ਹਾਂ ਜਿਹਦੇ ਸੇਵਕ ਸ਼ਹੀਦੀ ਦੇਗਾਂ ਦਾ ਗੋਲਾ ਮਾਰ ਦਿੰਦੇ ਸੀ, ਜਿਹਦੇ ਸਿਰ 'ਚ ਮਾਰਦੇ ਸੀ ਉਹਦਾ ਕੱਖ ਨਹੀਂ ਸੀ ਛੱਡਦੇ। ਰਹਿ ਨ ਅੜਨੇ ਜੋਗ ਵਹ ਤੁਰਤ ਹੋਏ ਤੇ ਨਾਸ, ਉਹ ਅੜਨੇ ਜੋਗਾ ਨਹੀਂ ਸੀ ਰਹਿੰਦਾ, ਜਿੱਧਰ ਸਿੰਘ ਨੁਗਦਾ ਮਾਰ ਦਿੰਦੇ ਸੀ, ਇਹ ਕਹਿ ਕੇ ਆਇਆ ਨੁਗਦਾ ਤੇਰੇ ਬਾਲ ਬੱਚੇ ਨੂੰ ਚੁਗਦਾ, ਗੁਰੂ ਘਰ ਦਾ ਦੁਖੀਆ ਦੁਸ਼ਟਾ, ਤੇਰਾ ਖਾਲਸੇ ਨਾਲ ਕੋਈ ਦਾਵਾ ਨਹੀਂ ਪੁੱਗਦਾ, ਪੱਟੀ ਤੇਰੀ ਮੇਸ, ਖਾਨਾ ਤੇਰਾ ਖਰਾਬ, ਬੂਏ ਤੇਰੇ ਦੀ ਉਜਾੜ, ਸਿੰਘ ਚੜਨਗੇ ਸ਼ਿਕਾਰ। ਇੰਨਾ ਕਹਿ ਕੇ ਨੁਕਤਾ ਮਾਰਦੇ ਸੀ, ਸੱਤੇ ਪੀੜੀਆਂ ਗਾਲ ਦਿੰਦੇ ਸੀ। ਮਰੀਨੇ ਪਿਆਰੇ ਬਚ ਹਮ ਸਿਉ ਚਾਰੇ ਤਬ। ਇਹ ਗੱਲ ਸੁਣ ਕੇ ਕੈਪਟਨ ਮਰੀ ਹੈਰਾਨ ਹੋਇਆ ਵੀ ਗੁਰੂ ਨਾਨਕ ਇੰਨਾ ਸ਼ਕਤੀਸ਼ਾਲੀ ਸੀ, ਇੰਨੀ ਪਾਵਰ ਸੀ, ਉਹ ਸੱਚਾ ਪਾਤਸ਼ਾਹ ਸੀ। ਤਾਂ ਕੈਪਟਨ ਮਰੀ ਭਾਈ ਰਤਨ ਸਿੰਘ ਨੂੰ ਫਿਰ ਪਿਆਰ ਨਾਲ ਪੁੱਛਦਾ, ਨਾਨਕ ਜੀ ਪਾਈ ਜਿਮ ਸ਼ਾਹੀ ਕਹੋ ਸੋ ਟਬ। ਹੇ ਰਤਨ ਸਿੰਘ, ਤੁਸੀਂ ਇਹ ਵੀ ਦੱਸੋ ਵੀ ਨਾਨਕ ਨੇ ਪਾਤਸ਼ਾਹੀ ਕਿੱਥੋਂ ਪ੍ਰਾਪਤ ਕੀਤੀ ਤੇ ਤੁਹਾਨੂੰ ਕਿਵੇਂ ਦਿੱਤੀ? ਹਮ ਉਸਨ ਯੋ ਸੁਨਾਈ ਸੁਨੋ ਸੰਤ ਮਿਤ ਪਾਈ। ਇਹ ਸੁਣ ਕੇ ਭਾਈ ਰਤਨ ਸਿੰਘ ਕਹਿੰਦੇ, ਮੇਰੇ ਮਿੱਤਰ ਕੈਪਟਨ ਮਰੀ ਸੁਣ, ਮੈਂ ਤੈਨੂੰ ਸ਼ੁਰੂ ਤੋਂ ਲੈ ਕੇ ਸਾਰੀ ਗੱਲ ਦੱਸਾਂਗਾ। ਪਹਿਲਾਂ ਤਾਂ ਮੈਂ ਤੈਨੂੰ ਗੁਰੂ ਨਾਨਕ ਬਾਰੇ ਦੱਸਾਂਗਾ ਵੀ ਗੁਰੂ ਨਾਨਕ ਕੀ ਹੈ, ਕਿਉਂਕਿ ਗੁਰੂ ਨਾਨਕ ਬਾਰੇ ਨਹੀਂ ਜਾਣੋਗੇ ਤੇ ਸਾਡੇ ਬਾਰੇ ਕੀ ਪਤਾ ਲੱਗੇਗਾ। ਮੁੱਢ ਸਾਡਾ ਗੁਰੂ ਨਾਨਕ ਹੈ। ਹਾਂਜੀ, ਸੁਣ ਕੇ ਬੁਲਾਏ ਸਮਝਾਏ ਕਹੀਂ ਨਿਜ ਰੱਬ। ਗੁਰੂ ਨਾਨਕ ਨੂੰ ਰੱਬ ਨੇ ਆਪਣੇ ਦਰਬਾਰ 'ਚ ਸੱਦਿਆ ਸੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਦੋਂ ਵੇਈ ਨਦੀ 'ਚ ਮਹਾਰਾਜ ਸੱਚੇ ਪਾਤਸ਼ਾਹ ਚੁਭਾ ਲਾਇਆ
ਤੇ ਉਥੋਂ ਮਹਾਰਾਜ ਅਕਾਲ ਪੁਰਖ ਦੇ ਦਰਬਾਰ 'ਚ ਜਾ ਹਾਜ਼ਰ ਹੋਏ ਨੇ। ਤੇ 3 ਦਿਨ ਮਹਾਰਾਜ ਦਾ ਸਰੀਰ ਪਿੱਛੋਂ ਲੱਭਦੇ ਰਹੇ ਵੀ ਮਹਾਰਾਜ ਦਾ ਸਰੀਰ ਹੀ ਲੱਭ ਜਾਵੇ। ਸੁਲਤਾਨਪੁਰ ਦੇ ਵਾਸੀ ਇਹ ਸਮਝ ਬੈਸੇ ਸੀ ਡੁੱਬ ਗਏ ਹਨ, ਪਰ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਤਾਰਨ ਵਾਲੇ ਸਨ, ਡੁੱਬ ਕਿਵੇਂ ਸਕਦੇ ਸਨ। ਤੀਸਰੇ ਦਿਨ ਬਾਹਰ ਆ ਕੇ ਐਲਾਨ ਕੀਤਾ ਸੀ, ਨਾ ਕੋਈ ਹਿੰਦੂ ਨਾ ਮੁਸਲਮਾਨ। ਉਹ ਗਏ ਕਿੱਥੇ ਸਨ? ਅਕਾਲ ਪੁਰਖ ਨੇ ਸੱਦਿਆ ਸੀ ਆਪਣੇ ਦਰਬਾਰ ਵਿੱਚ, ਤੇ ਅਕਾਲ ਪੁਰਖ ਨੇ ਆਖਿਆ ਸੀ, ਨਾਨਕ ਇਹ ਮੇਰੇ ਨਾਮ ਅੰਮ੍ਰਿਤ ਦਾ ਪਿਆਲਾ ਹੈ, ਪੀ। ਮੇਰਾ ਨਾਮ ਪਾਰਬ੍ਰਹਮ ਪਰਮੇਸ਼ਰ, ਤੇਰਾ ਨਾਮ ਗੁਰੂ ਪਰਮੇਸ਼ਰ। ਇਹ ਬਚਨ ਪੁਰਾਤਨ ਜਨਮ ਸਾਖੀ 'ਚ ਲਿਖੇ ਹੈ। ਪਰਮੇਸ਼ਰ ਨੇ ਆਖਿਆ ਮੇਰਾ ਨਾਮ ਪਾਰਬ੍ਰਹਮ ਪਰਮੇਸ਼ਰ, ਤੇਰਾ ਨਾਮ ਗੁਰੂ ਪਰਮੇਸ਼ਰ, ਤੇਰੇ ਮੇਰੇ 'ਚ ਕੋਈ ਫਰਕ ਨਹੀਂ ਹੈ। ਇਹ ਨਾਮ ਅੰਮ੍ਰਿਤ ਦਾ ਪਿਆਲਾ ਪੀ ਔਰ ਸੰਸਾਰ ਨੂੰ ਪਿਆ। ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਸਾਰੀ ਸ੍ਰਿਸ਼ਟੀ ਨੂੰ ਨਾਮ ਅੰਮ੍ਰਿਤ ਦਾ ਛੱਟਾ ਦਿੱਤਾ ਹੈ। ਰਾਜਾ ਕਰ ਕਹਿਆ ਮੋਰ ਉਹੈ ਕਿਮ ਪੂਜੇ ਜੋਰ। ਔਰ ਅਕਾਲ ਪੁਰਖ ਨੇ ਆਖਿਆ ਮੈਂ ਤੁਹਾਨੂੰ ਰਾਜਾ ਬਣਾ ਰਿਹਾ, ਧਰਤੀ ਦਾ ਮਾਲਕ। ਤੇਰੇ ਸਾਹਮਣੇ ਜਿਵੇਂ ਰਾਜੇ ਦੇ ਸਾਹਮਣੇ ਕੋਈ ਬੋਲ ਨਹੀਂ ਸਕਦਾ ਨਾ, ਰਾਜੇ ਦੇ ਸਾਹਮਣੇ ਕੋਈ ਖੰਘ ਵੀ ਨਹੀਂ ਸਕਦਾ, ਤੂੰ ਧਰਤੀ ਦਾ ਰਾਜਾ ਹੈ, ਸ੍ਰਿਸ਼ਟੀ ਦਾ ਮਾਲਕ ਹੈ। ਨਾਨਕ ਤੇਰੇ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲੇਗਾ। ਅਕਾਲ ਪੁਰਖ ਨੇ ਗੁਰੂ ਨਾਨਕ ਸਾਹਿਬ ਨੂੰ ਪਾਵਰ ਦਿੱਤੀ ਹੈ। ਹਾਂਜੀ, ਅੰਗ ਸੋ ਲਗਾਏ ਕਹੀ ਜੀਵਿਆ ਜ਼ਰੂਰ ਅਬ। ਗੁਰੂ ਨਾਨਕ ਸਾਹਿਬ ਨੂੰ ਗਲ ਨਾ ਲਾ ਕੇ ਅਕਾਲ ਪੁਰਖ ਨੇ ਆਖਿਆ ਜਾਓ, ਜਾ ਕੇ ਦੁਨੀਆ ਵਿੱਚ ਨਾਮ ਅੰਮ੍ਰਿਤ ਦਾ ਪ੍ਰਚਾਰ ਕਰੋ। ਨਾਨਕ ਕਹਾਵੋ ਨਾਮ ਬੇਦੀ ਕੁਲ ਪਾਵੋ ਜਾਏ। ਔਰ ਨਾਨਕ ਤੁਹਾਡਾ ਨਾਮ ਬੇਦੀ ਕੁਲ ਵਿੱਚ ਤੁਹਾਡਾ ਅਵਤਾਰ ਹੋਇਆ, ਤੇ ਸ੍ਰਿਸ਼ਟੀ ਨੂੰ ਤੁਸੀਂ ਭਲੇ ਰਸਤੇ ਤੇ ਤੋਰੋ। ਰਾਖੋ ਜੋ ਆਵੇ ਸ਼ਰਨ ਦੁਸ਼ਟਨ ਕੋ ਗਾਰੋ ਦਬ। ਜਿਹੜਾ ਤੁਹਾਡੀ ਸ਼ਰਨ ਆਵੇ ਉਹਨੂੰ ਗਲ ਨਾ ਲਾ ਲਓ, ਜਿਹੜਾ ਸ਼ਰਨ ਨਾ ਆਵੇ ਉਹਨੂੰ ਗਾਲ ਸੁੱਟੋ। ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਬਿਰਧ ਹੈ ਸਤਿਗੁਰਾਂ ਦਾ। ਸ਼ਰਨ ਪਰੇ ਸੋ ਤਰੇ, ਅੜੇ ਸੋ ਝੜੇ। ਜਿਹੜਾ ਤੁਹਾਡੇ ਨਾਲ ਅੜੇਗਾ ਉਹ ਝੜ ਜਾਏਗਾ, ਜਿਹੜਾ ਤੁਹਾਡੀ ਸ਼ਰਨ ਪਏਗਾ ਉਹ ਤਰ ਜਾਏਗਾ। ਹਾਂਜੀ, ਚੌਪਈ ਮਰੀ ਕਹੇ ਹਮ ਸੁਨਾਓ ਸੁਬੱਬਾ। ਮਰੀ ਕਹਿਣ ਲੱਗਾ ਫਿਰ ਇਹ ਸਾਰੀ ਗੱਲ ਸੁਣਾ ਬਈ। ਉਹਨੂੰ ਰੁਚੀ ਜਾਗ ਪਈ। ਜਦੋਂ ਬੰਦਾ ਕੋਈ ਗੱਲ ਸੁਣਨ ਲੱਗੇ ਤੇ ਉਹਨੂੰ ਉਹਦੀ ਗੱਲ ਦੀ ਰੁਚੀ ਜਾਗ ਪੈਂਦੀ ਵੀ ਅੱਗੇ ਕੀ ਹੋਇਆ। ਉਹ ਫਿਰ ਪੁੱਛਦਾ ਸਾਰੀ ਗੱਲ ਦੱਸ ਬਈ ਰਤਨ ਸਿੰਘ ਜੀ, ਸਾਰੀ ਗੱਲ ਸਮਝਾਓ ਮੈਨੂੰ। ਨਾਨਕ ਰਾਜ ਕਿਮ ਭਇਓ ਥੋ ਰੱਬਾ। ਗੁਰੂ ਨਾਨਕ ਸਾਹਿਬ ਨੂੰ ਰੱਬ ਨੇ ਰਾਜ ਦਿੱਤਾ, ਤੇ ਗੁਰੂ ਨਾਨਕ ਸਾਹਿਬ ਦਾ ਰਾਜ ਕਿਵੇਂ ਕਾਇਮ ਹੋਇਆ। ਜਿਮ ਉਸ ਕੋ ਹਮ ਉਤਰ ਦੀਨੋ। ਭਾਈ ਰਤਨ ਸਿੰਘ ਜੀ ਕਹਿੰਦੇ ਕੈਪਟਨ ਮਰੀ ਦਾ ਸਵਾਲ ਸੁਣ ਕੇ ਫਿਰ ਅਸੀਂ ਉਸ ਨੂੰ ਜੋ ਉੱਤਰ ਦਿੱਤਾ, ਤੇ ਮੈਂ ਸੁਨੋ ਤੁਮ ਸੰਤ ਪਰ ਬੀਨੋ। ਸੋ ਖਾਲਸਾ ਜੀ ਹੁਣ ਤੁਸੀਂ ਵੀ ਸੁਣ ਲਓ। ਭਾਈ ਰਤਨ ਸਿੰਘ ਨੇ ਕੈਪਟਨ ਮਰੀ ਨੂੰ ਲਿਖਾਇਆ, ਉਹਨੇ ਅੰਗਰੇਜ਼ੀ 'ਚ ਲਿਖਿਆ। ਫਿਰ ਰਤਨ ਸਿੰਘ ਬਜ਼ੁਰਗ ਹੋ ਗਏ, ਉਹਨਾਂ ਨੇ ਸੋਚਿਆ ਮੈਂ ਉਹਨਾਂ ਨੂੰ ਤਾਂ ਲਿਖਾ ਦਿੱਤਾ ਅੰਗਰੇਜ਼ਾਂ ਨੂੰ, ਤੇ ਆਪਣਿਆਂ ਨੂੰ ਕੌਣ ਸੁਣਾਏਗਾ। ਸਾਡੇ ਬੱਚੇ ਕਿਵੇਂ ਜਾਣਨਗੇ ਵੀ ਸਾਡਾ ਇਤਿਹਾਸ ਕੀ ਹੈ। ਭਾਈ ਰਤਨ ਸਿੰਘ ਅਰਦਾਸ ਕੀਤੀ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ 'ਚ ਵੀ ਕਿਰਪਾ ਕਰੋ ਇਤਿਹਾਸ ਮੈਂ ਲਿਖਣ ਜੋਗਾ ਬਣਾ। ਮਹਾਰਾਜ ਨੇ ਕਿਰਪਾ ਕੀਤੀ, ਉਹਨਾਂ ਨੂੰ ਬਲ ਦਿੱਤਾ, ਇੰਨੀ ਸੋਹਣੀ ਪਿਆਰੀ ਮਿੱਠੀ ਕਵਿਤਾ ਦਾ ਰਸ ਦੇਤਾ। ਉਹਨਾਂ ਨੇ ਸ੍ਰੀ ਗੁਰੂ ਪੰਥ ਪ੍ਰਕਾਸ਼ ਪੰਜਾਬੀ ਗੁਰਮੁਖੀ ਅੱਖਰਾਂ 'ਚ ਲਿਖ ਦਿੱਤਾ, ਬੜੇ ਸੁੰਦਰ ਛੰਦਾਂ 'ਚ ਲਿਖ ਦਿੱਤਾ। ਸੋ ਖਾਲਸਾ ਜੀ ਇਹਦੇ ਵਿੱਚ ਹੁਣ ਕਵੀ ਜੀ ਕਹਿੰਦੇ ਸੁਣੋ ਸਿੰਘੋ, ਮੈਂ ਤੁਹਾਨੂੰ ਵੀ ਸੁਣਾਣਾ ਜੋ ਮੈਂ ਉਹਨੂੰ ਜਵਾਬ ਦਿੱਤਾ ਸੀ। ਕਲਯੁਗ ਮੈਂ ਵੱਡ ਪਰ ਗਇਓ ਧੁੰਦ। ਮੈਂ ਉਹਨੂੰ ਦੱਸਿਆ ਸੀ ਵੀ ਧੁੰਦ ਹੋ ਗਈ ਸੀ ਸਾਰੇ ਪਾਸੇ, ਮਿੱਟੀ ਧੁੰਦ ਜਗ ਚਾਨਣ ਹੋਆ। ਕਲਯੁਗ ਦਾ ਸਮਾਂ ਸੀ, ਬੜਾ ਦਵੰਦ ਹੋ ਰਿਹਾ ਸੀ। ਈਰਖਾ ਦਵੈਸ਼, ਹਿੰਦੂ ਮੁਸਲਮਾਨ ਲੜਾਈ ਕਰ ਰਹੇ ਸਨ ਆਪਸ ਵਿੱਚ। ਖੈ ਮਰਦੇ ਬਾਹਮਣ ਮੁਲਾਣੇ, ਬਾਹਮਣ ਤੇ ਮੁਲਾਣੇ ਖੈ ਖੈ ਕੇ ਮਰ ਰਹੇ ਸਨ। ਵਧਿਓ ਕੋ ਧਰਮ ਧਰਮ ਪਇਓ ਮੰਦ। ਧਰਮ ਅਲੋਪ ਹੋ ਗਿਆ ਸੀ ਤੇ ਪਾਪ ਵੱਧ ਗਿਆ ਸੀ। ਲਾਲਚ ਲਾਗੇ ਮਾਇਆ ਭੂਪ। ਰਾਜੇ ਪੈਸੇ ਦੇ ਲਾਲਚ ਵਿੱਚ ਪੈ ਗਏ ਸੀ, ਆਪਣੀ ਪ੍ਰਜਾ ਦੀ ਪਾਲਣਾ ਕਰਨੀ ਛੱਡ ਕੇ ਖਜ਼ਾਨੇ ਭਰਨ ਲੱਗ ਪਏ ਸੀ ਆਪਣੇ। ਰਾਜਨ ਪਾਏ ਨਿਜ ਧਰਮ ਕੂਪ। ਤੇ ਰਾਜਾ ਨੇ ਆਪਣਾ ਧਰਮ ਖੂਜ ਸਿੱਟ ਦਿੱਤਾ ਸੀ। ਪੰਥ ਤਾਰੀ ਬੀਜੇ ਜਗ ਐ। ਉਸ ਵੇਲੇ ਜਿਹੜੇ ਹੋਰ ਸੰਪਰਦਾਵਾਂ ਦੇ ਪੰਥਾਂ ਦੇ ਆਗੂ ਸੀਗੇ ਨਾ,
ਯਾਨੀ ਧਾਰਮਿਕ ਆਗੂ ਸੀ ਜਿਹੜੇ, ਪੰਥ ਵਿਕਲਪੀ ਤਿਨਕੇ ਗਏ। ਉਹਨਾਂ ਦੇ ਪੰਥ ਵੀ ਵਿਗੜ ਗਏ ਸੀ, ਉਹਨਾਂ ਦੀਆਂ ਸੰਪਰਦਾਵਾਂ ਦੇ ਵਿੱਚ ਵੀ ਮਰਜ਼ਾਦਾ ਸਹੀ ਨਹੀਂ ਸੀ ਰਹੀ। ਮਾਇਆ ਮੋਹ ਸਭਨ ਕੋ ਛਰਿਓ। ਮਾਇਆ ਦੇ ਮੋਹ ਨੇ ਸਾਰਿਆਂ ਨੂੰ ਛੱਡ ਲਿਆ ਸੀ, ਸਾਰੇ ਪਾਸੇ ਮਾਇਆ ਦਾ ਮੋਹ ਪਸਰ ਗਿਆ ਸੀ। ਧਰਮ ਹਾਰ ਨਿਜ ਕੁਲ ਚਹਿ ਭਰਿਓ। ਆਪਣਾ ਆਪਣਾ ਧਰਮ ਛੱਡ ਕੇ, ਆਪਣੀ ਆਪਣੀ ਮਰਿਆਦਾ ਛੱਡ ਕੇ ਪਾਪਾਂ 'ਚ ਲੱਗ ਗਏ ਸਨ। ਸ੍ਰੀ ਮੁਖ ਵਾਕ ਸ਼ਲੋਕ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਸ ਬਾਬਤ ਇਹ ਸ਼ਲੋਕ ਉਚਾਰਿਆ ਹੈ। ਕਲਕਾਤੀ ਰਾਜੇ ਕਾ ਸਾਈ ਧਰਮ ਪੰਕਰ ਉਡਰਿਆ। ਕਹਿੰਦੇ ਉਸ ਵੇਲੇ ਦੇ ਕਲਯੁਗ ਦੇ ਜਿਹੜੇ ਰਾਜੇ ਸਨ ਉਹ ਕਸਾਈ ਬਣ ਗਏ ਤੇ ਕਲਯੁਗ ਜਿਹੜੀ ਉਹ ਕਾਤੀ ਬਣ ਗਈ। ਕਾਤੀ ਤਲਵਾਰ ਨੂੰ ਵੀ ਕਹਿੰਦੇ, ਇੱਕ ਐਸੀ ਤਲਵਾਰ ਵਿੰਗੀ ਹੁੰਦੀ ਉਹਨੂੰ ਕਾਤੀ ਕਹਿੰਦੇ ਆ, ਤੇ ਕਾਤੀ ਕੈਂਚੀ ਨੂੰ ਵੀ ਕਹਿ ਦਿੰਦੇ ਆ, ਕੱਟਣ ਵਾਲੀ ਨੂੰ। ਕਾਤੀ ਦਾ ਮੁੱਖ ਅਰਥ ਹੈ ਕੱਟਣ ਵਾਲੀ। ਕਲਯੁਗ ਦਾ ਸਮਾਂ ਇਹੋ ਜਿਹਾ ਸੀ, ਕਲਾ ਕਲੇਸ਼ ਸਾਰੇ ਪਾਸੇ ਪਸਰ ਗਿਆ ਤੇ ਵੱਢਣ ਲੱਗ ਪਏ, ਮਾਰਨ ਗਊ ਗਰੀਬ ਨੂੰ ਧਰਤੀ ਉੱਪਰ ਪਾਪ ਬਿਥਾਰਾ। ਤੇ ਰਾਜੇ ਕਸਾਈ ਬਣ ਗਏ ਤੇ ਧਰਮ ਜਿਹੜਾ ਸੀ ਖੰਭ ਲਾ ਕੇ ਉੱਡ ਗਿਆ। ਕੂੜ ਅਮਾਵਸ ਚੰਦਰਮਾ ਦਿਸੇ ਨਾਹੀ ਕਹਿ ਚੜਿਆ। ਕੂੜ ਦੀ ਮੱਸਿਆ ਸੀ, ਸਾਰੇ ਪਾਸੇ ਸੱਚ ਰੂਪੀ ਚੰਦਰਮਾ ਦਿਸਦਾ ਨਹੀਂ ਸੀ, ਕਿੱਥੇ ਚੜਿਆ ਹੋਇਆ। ਮਹੱਲੇ ਪਹਿਲੇ ਕੀ ਜਨਮ ਸਾਖੀ ਲਿਖੀ ਅਤੇ। ਸੋ ਕੁਝ ਗੱਲਾਂ ਕਵੀ ਜੀ ਨੇ ਗੁਰੂ ਨਾਨਕ ਸਾਹਿਬ ਬਾਰੇ ਪਹਿਲਾਂ ਲਿਖੀਆਂ। ਜ਼ਰੂਰੀ ਹੈ, ਕਿਉਂਕਿ ਜੇ ਗੱਲ ਵੱਡਾ ਮਹਿਲ ਉਸਾਰਨਾ ਹੋਵੇ ਤੇ ਉਹਦੀ ਜਿਹੜੀ ਬੇਸਮੈਂਟ ਹੈ ਉਹ ਜ਼ਰੂਰੀ ਬਣਾਉਣੀ ਪੈਂਦੀ। ਕੋਈ ਵੀ ਗੱਲ ਕਹਿਣੀ ਦੀ ਭੂਮਿਕਾ ਹੁੰਦੀ। ਸਾਡਾ ਇਤਿਹਾਸ ਜਿੰਨਾ ਵੀ ਹੈ ਉਹਦੀ ਭੂਮਿਕਾ ਜਿੱਦਾਂ ਗੁਰੂ ਨਾਨਕ ਸਾਹਿਬ ਹੀ ਆਉਣਗੇ, ਕਿਹੜੇ ਪਾਸੇ ਵੀ ਦੇਖ ਲਓ ਗੁਰੂ ਨਾਨਕ ਸਾਹਿਬ ਦਾ ਨਾਮ ਪਹਿਲੇ ਆਏਗਾ। ਤੋ ਗੁਰੂ ਨਾਨਕ ਸਾਹਿਬ ਦੀਆਂ ਕੁਝ ਗੱਲਾਂ ਜਿਹੜੀਆਂ ਨੇ ਉਹ ਦੱਸਣੀਆਂ ਜ਼ਰੂਰੀ ਸੀ। ਕੈਪਟਨ ਮਰੀ ਨੂੰ ਭਾਈ ਰਤਨ ਸਿੰਘ ਨੇ ਇਹ ਗੱਲਾਂ ਦਸੀਆਂ। ਜਿਨ ਮੈਂ ਨਾਨਕ ਜਨਮ ਲਿਓ ਧਾਰੀ। ਇਹ ਉਹ ਕੁਲ ਗੁਰੂ ਨਾਨਕ ਸਾਹਿਬ ਜੀ ਦੀ ਬੇਦੀ ਬੰਸ ਹੈ। ਤਿੰਨ ਬੇਦੀਆਂ ਕੀ ਕੁਲ ਵਿਖੈ ਪ੍ਰਗਟੇ ਨਾਨਕ ਰਾਏ। ਸਭ ਸਿੱਖਨ ਕੋ ਸੁਖ ਦਏ ਜੈ ਤੈ ਪਏ ਸਹਾਏ। ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜੀ ਕੁਲ ਵਿੱਚ ਅਵਤਾਰ ਧਾਰਿਆ ਹੈ। ਦੋਹਰਾ ਤੋ ਮਾਰੀ ਨੈ ਫਿਰ ਕਹਿਓ ਸਭ ਹਮ ਦੇਹੋ ਬਤਾਏ। ਕੈਪਟਨ ਮਰੀ ਫੇਰ ਪੁੱਛਦਾ ਹੈ, ਰਤਨ ਸਿੰਘ ਜੀ ਸਾਰੀ ਗੱਲ ਦੱਸੋ। ਕੌਣ ਸਾਲੋ ਕਾਲ ਕੌਣ, ਕੌਣ ਦੇਸ ਕੌਣ ਉਥਾਏ। ਕਿਹੜੇ ਸਾਲ, ਕਿਹੜੇ ਦੇਸ਼ ਵਿੱਚ, ਕਿਹੜੀ ਜਗ੍ਹਾ ਤੇ ਗੁਰੂ ਨਾਨਕ ਜੀ ਆਏ ਨੇ। ਰਤਨ ਸਿੰਘ ਬਾਚ ਚੌਪਈ ਸਾਲ ਸੁਨੋ ਅਬ ਬਿਕਰਮ ਰਾਏ। ਕਹਿਣ ਲੱਗਾ ਜੀ ਬਿਕਰਮੀ ਸੰਮਤ ਮੈਨੂੰ ਯਾਦ ਹੈ, ਤੁਹਾਡਾ ਤੁਸੀਂ ਆਪੇ ਅੰਦਾਜ਼ਾ ਲਾ ਲਿਆ ਜੇ, ਕਿਉਂਕਿ ਈਸਾਈਆਂ ਦਾ ਸੰਮਤ ਬਾਅਦ ਵਿੱਚ ਪ੍ਰਚਲਿਤ ਹੋਇਆ। ਰਤਨ ਸਿੰਘ ਨੂੰ ਉਦੋਂ ਕਿੱਥੇ ਯਾਦ ਹੁੰਦਾ ਸੀ। ਇਹ ਤਾਂ ਆਪਾਂ ਹੁਣ ਜਨਵਰੀ ਫਰਵਰੀ ਕਰਨ ਲੱਗੇ ਆ। ਆਪਣੀਆਂ ਦਾਦੀਆਂ ਮਾਈਆਂ ਤੇ ਅਜੇ ਵੀ ਮਾਘ ਫੱਗਣ ਹੀ ਗੱਲ ਕਰਦੀਆਂ ਨੇ ਪੰਜਾਬ ਵਿੱਚ। ਆਪਾਂ ਹੀ ਜਿਹੜੇ ਮਾੜੇ ਮੋਟੇ 10ਵੀਂ ਪੜ੍ਹ ਕੇ ਸਕੂਲਾਂ 'ਚੋਂ ਕਹਿੰਦੇ ਆ ਜਨਵਰੀ ਫਰਵਰੀ ਮਾਰਚ ਅਪ੍ਰੈਲ, ਪਰ ਪਿੰਡਾਂ ਵਿੱਚ ਅਜੇ ਵੀ ਚੱਲਦਾ ਵੀ ਦੇਸੀ ਤਰੀਕ ਤੇ ਦੱਸੋ ਕੀ ਹੈ, ਅੰਗਰੇਜ਼ੀ ਦਾ ਨਹੀਂ ਸਾਨੂੰ ਪਤਾ। ਭਾਈ ਰਤਨ ਸਿੰਘ ਜੀ ਕਹਿੰਦੇ ਆ ਵੀ ਮੈਨੂੰ ਅੰਗਰੇਜ਼ੀ ਦਾ ਤੇ ਪਤਾ ਨਹੀਂ, ਮੈਂ ਦੇਸੀ ਸਾਲ ਤੈਨੂੰ ਦੱਸ ਦਿੰਦਾ। 1526 ਥਾਏ। 1526 ਬਿਕਰਮੀ ਸੀਗਾ। ਅੰਗਰੇਜ਼ਾਂ ਦਾ ਬਣਦਾ 1469। 1526 ਸਾਲ ਸੀਗਾ। ਤਲਵੰਡੀ ਬੁਲਾਲ ਭੋਏ ਰਾਏ। ਰਾਏ ਬੁਲਾਰ ਦਾ ਨਗਰ ਹੈ, ਰਾਏ ਭੋਏ ਦੀ ਤਲਵੰਡੀ। ਟਿਗ ਲਾਹੌਰ ਕਸੂਰ ਦਾਏ। ਉਹ ਲਾਹੌਰ ਦੇ ਇਲਾਕੇ ਵਿੱਚ, ਕਸੂਰ ਦੇ ਇਲਾਕੇ ਵਿੱਚ, ਯਾਨੀ ਪਰਾਬਾਰ ਦੇਸ਼ ਦੇ ਵਿੱਚ ਹੈ। ਖੱਤਰੀ ਜਾਤ ਉਸ ਬੇਦੀ ਕਹਾਏ। ਖੱਤਰੀਆਂ ਦੇ ਕੁਲ ਵਿੱਚ ਬੇਦੀ ਸਨ, ਬੇਦੀ ਗੋਤ ਸੀ ਉਹਨਾਂ ਦਾ। ਲਿਓ ਅਵਤਾਰ ਇਸੈ ਕੁਲ ਮਾਹੀ। ਇਸ ਕੁਲ ਬੇਦੀ ਕੁਲ ਦੇ ਵਿੱਚ ਮਹਾਰਾਜ ਪਰਮੇਸ਼ਰ ਅਕਾਲ ਪੁਰਖ ਨਿਰੰਕਾਰ ਜੀ ਨੇ ਅਵਤਾਰ ਧਾਰਨ ਕੀਤਾ। ਹੁਤੀ ਕੁਲ ਵੈ ਅਤ ਧਰਮਕਾਰੀ। ਉਹ ਬੜੀ ਚੰਗੀ ਕੁਲ ਸੀ, ਸਾਰੇ ਧਰਮੀ ਲੋਕ ਸਨ। ਬਾਬਾ ਕਾਲੂ ਜੀ ਨੇ 100 ਜਨਮ ਭਗਤੀ ਕੀਤੀ ਸੀ। ਅਕਾਲ ਪੁਰਖ ਵਾਹਿਗੁਰੂ ਨਿਰੰਕਾਰ ਮੇਰੇ ਘਰ ਪੁੱਤਰ ਬਣ ਕੇ ਆਓ, ਮੈਂ ਤੁਹਾਨੂੰ ਗੋਦੀ ਚੁੱਕਾਂ, ਪਿਆਰ ਕਰਾਂ, ਕਿਉਂਕਿ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਪਿਆਰ ਪੁੱਤਰ ਨਾਲ ਹੁੰਦਾ। ਪੁੱਤਰ ਤੋਂ ਵੱਧ ਕੇ ਕੋਈ ਚੀਜ਼ ਪਿਆਰੀ ਨਹੀਂ ਹੁੰਦੀ, ਤੇ ਮੈਂ ਤੁਹਾਨੂੰ ਪਿਆਰ ਕਰਨਾ ਚਾਹੁੰਦਾ ਪੁੱਤਰ ਬਣਾ ਕੇ। ਪਰਮੇਸ਼ਰ ਨੇ ਆਕਾਸ਼ ਬਾਣੀ 'ਚ ਕਿਹਾ ਸੀ ਵੀ ਹੁਣ ਤੇਰਾ ਅਗਲਾ ਜਿਹੜਾ ਜਨਮ ਹੋਏਗਾ ਨਾ, ਉਦੋਂ ਤੇਰੇ ਘਰ ਅਸੀਂ ਪੁੱਤਰ ਬਣ ਕੇ ਆਵਾਂਗੇ, ਪਰ ਤੂੰ ਸਾਨੂੰ ਪਛਾਣ ਨਹੀਂ ਸਕੇਗਾ। ਉਹੀ ਗੱਲ ਹੋਈ, ਕਿਉਂਕਿ ਜੇ ਪਛਾਣ ਲੈਂਦਾ ਤੇ ਫਿਰ ਉਹਨੇ ਪੁੱਤਰ ਵਾਲਾ ਪਿਆਰ ਨਹੀਂ ਸੀ ਕਰਨਾ। ਲੀਲਾ ਤੇ ਪੂਰੀ ਹੋਣੀ ਸੀ ਨਾ, ਤਾਂ ਹੀ ਜੇ ਉਹਨੇ ਨਹੀਂ ਪਛਾਣਿਆ ਤਾਂ ਪੁੱਤਰ ਬਣ ਕੇ ਮਹਾਰਾਜ ਆਏ, ਵਿਹੜੇ 'ਚ ਖੇਡੇ, ਭਾਗ ਲਾਏ।
ਜਦੋਂ ਬਾਬੇ ਕਾਲੂ ਦਾ ਮਹੀਨਾ ਕੁ ਬਾਕੀ ਰਹਿ ਗਿਆ ਜੀਵਨ, ਬਿਰਧ ਅਵਸਥਾ ਹੋ ਗਈ 90 ਸਾਲ ਦੇ ਨੇੜੇ, ਤੇ ਮਹਾਰਾਜ ਸੱਚੇ ਪਾਤਸ਼ਾਹ ਦੀ ਉਮਰ ਵੀ ਉਦੋਂ 55 ਸਾਲ ਤੋਂ ਉੱਤੇ ਹੋ ਗਈ। ਚੌਥੀ ਉਦਾਸੀ ਕਰਕੇ ਪਿੰਡ ਆਏ, ਉਦੋਂ ਬਾਬੇ ਕਾਲੂ ਨੂੰ ਦਰਸ਼ਨ ਕਰਾਏ ਵੀ ਅਸੀਂ ਕੌਣ ਹਾਂ, ਆਖੋ ਸਤਨਾਮ ਸ੍ਰੀ। ਉਦੋਂ ਪਹਿਲਾਂ ਨਹੀਂ ਪਤਾ ਲੱਗਾ, ਉਦੋਂ ਪਤਾ ਲੱਗਾ ਵੀ ਮੇਰੇ ਘਰ ਜਿਹੜਾ ਪੁੱਤਰ ਬਣ ਕੇ ਖੇਡਦਾ ਰਿਹਾ ਇਹ ਤੇ ਪਰਮੇਸ਼ਰ ਹੈ, ਤੇ ਮੈਂ 100 ਜਨਮ ਤੋਂ ਮੰਗਦਾ ਰਿਹਾ। ਤੇ ਜਿਹੜੇ ਬਾਬਾ ਕਾਲੂ ਜੀ ਦੇ ਪਿਤਾ ਸੀ ਬਾਬਾ ਸ਼ਿਵ ਰਾਮ ਜੀ, ਉਹਨਾਂ ਬਾਰੇ ਵੀ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਕਿ ਉਹ ਵੀ ਪਰਮੇਸ਼ਰ ਦੀ ਭਗਤੀ ਵਿੱਚ ਲੀਨ ਰਹਿੰਦੇ ਸੀ। ਉਹਨਾਂ ਦੀ ਘਰ ਵਾਲੀ ਮਾਤਾ ਬਨਾਰਸੀ, ਉਹ ਵੀ ਬੜੀ ਮਹਾਨ ਆਤਮਾ ਸੀ। ਉਹਨਾਂ ਦੇ ਪਿਤਾ ਬਾਬਾ ਨਰੈਣ ਦਾਸ ਜੀ, ਉਹ ਵੀ ਬੜੇ ਸਾਧੂ ਸਨ। ਸੋ ਇਹ ਕੁੱਲ ਹੀ ਸਾਰੀ ਭਗਤਾਂ ਦੀ ਬੰਦਗੀ ਕਰਨ ਵਾਲਿਆਂ ਦੀ ਸੀ। ਜਿਨ ਮੈਂ ਨਾਨਕ ਜਨਮ ਲਿਓ ਧਾਰੀ। ਇਸ ਕੁੱਲ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਅਵਤਾਰ ਧਾਰ ਕੇ ਆਏ ਮਾਤਾ ਤ੍ਰਿਪਤਾ ਜੀ ਦੇ ਉਧਰ ਤੋਂ। ਸਤਜੁਗ ਮੈਂ ਜੋਗ ਥਾਂ ਪਇਓ। ਹਾਂ, ਜੋ ਸਤਜੁਗ ਦੇ ਵਿੱਚ ਜੋ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨੇ ਰੂਪ ਧਾਰਨ ਕੀਤੇ ਹਨ। ਜੇ ਮਦ ਜਨਮ ਸੋ ਨਰਸਿੰਘ ਲਿਓ। ਨਰ ਸਿੰਘ ਰੂਪ ਧਾਰਨ ਕੀਤਾ ਸੀ। ਬਾਣੀ 'ਚ ਬਚਨ ਆਏ ਗੁਰੂ ਗ੍ਰੰਥ ਸਾਹਿਬ, ਸਤਜੁਗ ਤੈ ਮਾਣਿਓ ਛਲਿਓ ਬਲ ਬਾਵਨ ਪਾਇਓ, ਤ੍ਰੇਤੈ ਤੈ ਮਾਣਿਓ RAM ਰਘੁਬੰਸ ਕਹਾਇਓ, ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ, ਉਗਰ ਸੈਨ ਕੋ ਰਾਜ ਅਭੈ ਭਗਤ ਹੈ ਜਨ ਦੀਓ, ਕਲਯੁਗ ਪ੍ਰਮਾਣ ਨਾਨਕ ਗੁਰੂ ਅੰਗਦ ਅਮਰ ਕਹਾਇਓ, ਸ੍ਰੀ ਗੁਰੂ ਰਾਜ ਅਬ ਚਲ ਅਟਲ ਆਦ ਪੁਰਖ ਫਰਮਾਇਓ। ਜਿਹੜਾ ਪਰਮੇਸ਼ਰ ਜੁਗਾਂ ਜੁਗਾਂ ਵਿੱਚ ਆਪਣੇ ਭਗਤਾਂ ਦੀ ਰੱਖਿਆ ਕਰਦਾ, ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ RAM ਰਾਜੇ, ਉਹ ਪਰਮੇਸ਼ਰ ਨੇ ਇਸ ਕਲਯੁਗ ਵਿੱਚ ਗੁਰੂ ਨਾਨਕ ਦਾ ਰੂਪ ਧਾਰਨ ਕੀਤਾ ਹੈ। ਓ ਤ੍ਰੇਤੇ ਮੈਂ ਜੰਗ ਪਇਓ ਜੋ ਤ੍ਰੇਤੇ ਯੁੱਗ ਦੇ ਵਿੱਚ ਸ੍ਰੀ ਰਾਮ ਹੋ ਕੇ ਰਾਵਣ ਨੂੰ ਮਾਰਨਾ ਕੀਤਾ ਹੈ, ਜਿਸ ਨੇ ਰਾਮ ਜਨਮ ਮਦ ਧਾਰਿਓ ਸੋ। ਰਾਮਚੰਦਰ ਦਾ ਰੂਪ ਹੋ ਕੇ ਜਿਸ ਨੇ ਰਾਵਣ ਨੂੰ ਮਾਰਿਆ ਹੈ, ਭਗਤਾਂ ਗਰੀਬਾਂ ਸੰਤਾਂ ਦੀ ਰੱਖਿਆ ਕੀਤੀ ਹੈ। ਦੁਆਪਰ ਜਨਮਿਓ ਕ੍ਰਿਸ਼ਨ ਜੋਗ ਸਿੱਧ। ਦੁਆਪਰ ਯੁੱਗ ਵਿੱਚ ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ, ਕੰਸ ਨੂੰ ਮਾਰਨਾ ਕੀਤਾ ਹੈ। ਨਾਨਕ ਜਨਮ ਕੁਲ ਮਿਲੀ ਸੋ ਬੇਦ। ਉਸੇ ਕੁਲ ਦੇ ਵਿੱਚ ਮਹਾਨ ਪਵਿੱਤਰ ਆਤਮਾ ਬਾਬਾ ਕਾਲੂ ਜੀ ਦੇ ਗ੍ਰਹਿ ਵਿਖੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਅਵਤਾਰ ਧਾਰ ਕੇ ਆਏ ਨੇ। ਪਿਤਾ ਨਾਮ ਤੋਂ ਕਾਲੂ ਦਾਸ। ਬਾਬਾ ਜੀ ਦੇ ਪਿਤਾ ਦਾ ਨਾਮ ਬਾਬਾ ਕਾਲੂ ਦਾਸ ਸੀ, ਕਾਲੂ ਚੰਦ ਸੀ। ਮਾਤ ਨਾਮ ਤੋਂ ਤ੍ਰਿਪਤੋ ਤਾਸ। ਮਾਤਾ ਜੀ ਦਾ ਨਾਮ ਤ੍ਰਿਪਤਾ ਸੀ। ਤ੍ਰਿਪਤ ਜਿਸ ਦੀ ਆਤਮਾ ਸ਼ਾਂਤ ਹੋ ਚੁੱਕੀ ਹੋਵੇ, ਰੱਜੀ ਹੋਵੇ, ਉਸ ਨੂੰ ਤ੍ਰਿਪਤਾ ਕਹਿੰਦੇ ਹੈ। ਪੂਰਨ ਪਰਮਾਤਮਾ ਦੀ ਬੰਦਗੀ ਕਰਕੇ ਜਿਨ ਦੇ ਮਨ ਦੀਆਂ ਸਮੂਹ ਬਾਸ਼ਨਾਵਾਂ ਨਾਸ ਹੋ ਚੁੱਕੀਆਂ ਸਨ, ਉਹ ਸਨ ਮਾਤਾ ਤ੍ਰਿਪਤਾ ਜੀ। ਦੋਹਰਾ ਧਰਮ ਮਾਇ ਹੋਵਤ ਕਾਣੇ ਤਨ ਮੈਂ ਥੇ ਕਿਛ ਊਣਾ। ਧਰਮ ਦੇ ਵਿੱਚ ਬੜੇ ਪੱਕੇ ਸਨ, ਭਾਵੇਂ ਮਾਇਆ ਕਰਕੇ ਬਹੁਤੇ ਅਮੀਰ ਨਹੀਂ ਸਨ, ਪਰ ਰੋਟੀ ਚੰਗੀ ਖਾਂਦੇ ਸਨ, ਪਟਵਾਰੀ ਲੱਗੇ ਹੋਏ ਸਨ। ਕਿਛ ਕੁਲ ਕੋ ਕੁਛ ਉਨੈ ਕੋ ਆਏ ਪਰਟਿਓ ਵੱਡ ਪੁੰਨ। ਕੁਛ ਤੇ ਉਹਨਾਂ ਦੀ ਕੁਲ ਦਾ ਹੀ ਪੁੰਨ ਸੀ, ਵੱਡਿਆਂ ਵਡੇਰਿਆਂ ਦਾ। ਕੁਛ ਬਾਬੇ ਕਾਲੂ ਜੀ ਦਾ ਆਪਣਾ ਜਪ ਤਪ ਸੀ 100 ਜਨਮਾਂ ਦਾ। ਮਾਤਾ ਤ੍ਰਿਪਤਾ ਦੀ ਭਗਤੀ ਸੀ, ਉਹ ਸਾਰਾ ਇਕੱਠਾ ਹੋ ਗਿਆ, ਕੁਲ ਦਾ ਵੀ ਤੇ ਆਪਣੇ ਮਾਤਾ ਪਿਤਾ ਦਾ ਪੁੰਨ ਜਦੋਂ ਇਕੱਠਾ ਹੋ ਗਿਆ ਤੇ ਪੁੰਨਾਂ ਦਾ ਹੀ ਫਲ ਸੁੱਖ ਮਿਲਿਆ ਕਰਦਾ। ਸਾਧ ਸੰਗਤ ਜੀ, ਪਾਪਾਂ ਦਾ ਫਲ ਦੁੱਖ ਮਿਲਦਾ ਹੈ, ਪੁੰਨਾਂ ਦਾ ਫਲ ਮਿਲਿਆ। ਪੂਰਵ ਕਰਮ ਅੰਕੁਰ ਜਾ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ। ਨਿਰੰਕਾਰ ਪਰਮੇਸ਼ਰ ਵਾਹਿਗੁਰੂ ਸ੍ਰਿਸ਼ਟੀ ਦਾ ਭਲਾ ਕਰਨ ਲਈ ਬਾਬੇ ਕਾਲੂ ਦੇ ਘਰ ਪੁੱਤਰ ਬਣ ਕੇ ਆ ਗਏ। ਪਲ ਸਾਇ ਤੋਂ ਪਲ ਕਣੀ ਪਲੋ ਨਿਛਤਰ ਜੋਗ। ਉਹ ਘੜੀ ਵੀ ਚੰਗੀ ਸੀ, ਉਹ ਸਮਾਂ ਵੀ ਬੜਾ ਸੋਹਣਾ ਸੀ। ਭਲੀ ਰਾਸੋਂ ਗਰੇ ਪਲ ਔਸਰ ਪਲੇ ਸੰਜੋਗ। ਉਹ ਘਰ ਵੀ ਚੰਗਾ ਸੀ, ਉਹ ਜਗ੍ਹਾ ਵੀ ਭਾਗਾਂ ਵਾਲੀ ਨਨਕਾਣੇ ਸਾਹਿਬ ਦੀ ਜਿੱਥੇ ਅਵਤਾਰ ਧਾਰਿਆ ਹੈ। ਜਨਮਤ ਹੀ ਤੇ ਮਾਤ ਪਿਤ ਬੜਿਓ ਬਹੁਤ ਪ੍ਰਤਾਪ। ਜਦੋਂ ਇਹ ਪੁੱਤਰ ਦਾ ਜਨਮ ਹੋਇਆ ਤੇ ਮਾਤਾ ਪਿਤਾ ਦੀ ਸੋਭਾ ਵੀ ਵੱਧ ਗਈ। ਰਿੱਧ ਸਿੱਧ ਨੌ ਨਿਧ ਯੋਤ ਦਿਓ ਭੂਮ ਤਨ ਆਪ। ਰਿੱਧੀਆਂ ਸਿੱਧੀਆਂ ਘਰ 'ਚ ਵਾਸ ਕਰ ਗਈਆਂ। ਉਸ ਵੇਲੇ ਕੁਦਰਤ ਨੇ ਪਹਿਲੇ ਦਿਨ ਹੀ ਕ੍ਰਿਸ਼ਮੇ ਦਿਖਾਣੇ ਸ਼ੁਰੂ ਕਰ ਦਿੱਤੇ। ਚੌਪਈ
ਆਵਲ ਗਡਨ ਕੋ ਪ੍ਰਿਥੀ ਖੁਨਾਈ। ਜਦੋਂ ਬੱਚੇ ਦਾ ਜਨਮ ਹੁੰਦਾ ਹੈ ਤੇ ਬੱਚੇ ਦੇ ਜਨਮ ਦੇ ਨਾਲ ਔਲ ਵੀ ਆਉਂਦੀ ਹੈ, ਉਹਨੂੰ ਔਲ ਕਹਿੰਦੇ ਆ, ਜਿਹਦੇ ਵਿੱਚ ਬੱਚਾ ਲਪੇਟਿਆ ਹੁੰਦਾ ਹੈ, ਦਾੜੀ ਨਾੜੂਆ ਕੱਟਦੀ ਹੈ, ਔਲ ਕੱਢ ਕੇ ਉਹਨੂੰ ਦੱਬ ਦਿੰਦੇ ਆ, ਫਿਰ ਵੀ ਕੋਈ ਜਾਨਵਰ ਨਾ ਬੇਅਦਬੀ ਕਰੇ ਨਾ ਖਾਵੇ, ਉਹਨੂੰ ਦੱਬ ਦਿੰਦੇ ਆ, ਔਲ ਨਿਕਲਦੀ ਹੈ। ਕਿਉਂਕਿ ਆਪਾਂ ਜੇਰਜ ਜੀਵਾਂ, ਮਨੁੱਖ ਦੀ ਜੂਨੀ ਜਿਹੜੀ ਹੈ, ਉਹ ਜਿਹੜੀ ਜੇਰ ਆਵਲ ਦੱਬਣ ਵਾਸਤੇ ਟੋਆ ਪੁੱਟਣ ਲੱਗੇ, ਤਹਾਂ ਦਰਬ ਤਿਸ ਨਦਰੀ ਆਈ। ਕਹਿੰਦੇ ਜਦੋਂ ਕਈ ਮਾਰ ਕੇ ਬਾਬੇ ਕਾਲੂ ਜੀ ਟੋਆ ਪੁੱਟਿਆ ਨਾ ਆਵਲ ਦੱਬਣ ਲਈ, ਤੇ ਉਹਦੇ ਵਿੱਚੋਂ ਮਾਇਆ ਦਾ ਖਜ਼ਾਨਾ ਨਿਕਲਿਆ, ਸੋਨੇ ਦੀਆਂ ਮੋਹਰਾਂ ਦਾ ਘੜਾ ਨਿਕਲਿਆ। ਮਾਤ ਪਿਤਾ ਦਿਲ ਵਧਿਓ ਲਾਸ। ਇਹ ਬੜਾ ਚੰਗਾ ਸਗਨ ਵੇਖਿਆ ਵੀ ਇਹ ਬੱਚਾ ਕੈਸਾ ਭਾਗਾਂ ਵਾਲਾ, ਆਉਂਦੇ ਸਾਰੀ ਘਰ ਦੇ ਵਿੱਚ ਧਨ ਵੀ ਆ ਗਿਆ ਹੈ। ਪੰਡਤ ਸਦ ਪੁੱਛਿਓ ਬੜ ਖਾਸ। ਤੇ ਪੰਡਤ ਹਰਦਿਆਲ ਜੀ ਜੋ ਬੜੇ ਮਹਾਪੁਰਸ਼ ਬਿਰਤੀ ਵਾਲੇ ਸਨ, ਉਹਨਾਂ ਨੇ ਪੜ੍ਹਿਆ ਹੋਇਆ ਸੀ ਵੀ ਬੇਦੀ ਵੰਸ਼ 'ਚ ਪਰਮੇਸ਼ਰ ਦਾ ਅਵਤਾਰ ਹੋਣਾ ਹੈ। 4500 ਸਾਲ ਪਹਿਲਾਂ ਵੇਦ ਵਿਆਸ ਜੀ ਨੇ ਭਵਿਸ਼ ਪੁਰਾਣ 'ਚ ਲਿਖਿਆ ਹੋਇਆ ਵੀ ਜਦੋਂ ਕਲਯੁਗ 4500 ਬੀਤੇਗਾ ਔਰ ਸਾਰੇ ਪਾਸੇ ਅੰਧਕਾਰ ਹਨੇਰਾ ਪਾਪਾਂ ਦਾ ਛਾਏਗਾ, ਉਦੋਂ ਬੇਦੀ ਵੰਸ਼ ਮਦਰ ਦੇਸ਼ ਦੇ ਅੰਦਰ ਪਰਮੇਸ਼ਰ ਦਾ ਨਾਨਕ ਨਾਮ ਕਰਕੇ ਅਵਤਾਰ ਹੋਏਗਾ। ਸੋ ਉਹ ਬਾਬਾ ਹਰਦਿਆਲ ਜੀ, ਉਹਨਾਂ ਦਾ ਨਾਮ ਸੀ ਪਾਂਧਾ ਜੀ, ਉਹਨਾਂ ਨੂੰ ਸੱਦਿਆ ਗਿਆ। ਦੋਹਰਾ ਪੰਡਤ ਟੇਵਾ ਲਿਖ ਧਰਿਓ, ਮਨ ਮੈਂ ਬੜ ਸੁਖ ਪਾਏ। ਉਹ ਬੜੇ ਸਹੀ ਮਾਇਨਿਆਂ ਵਿੱਚ ਜੋਤਿਸ਼ ਵਿਦਿਆ ਦੇ ਆਚਾਰਿਆ ਸਨ। ਨਕਲੀ ਤਾਂ ਬੜੇ ਫਿਰਦੇ ਆ, ਐਵੇਂ ਕਿਸੇ ਨੂੰ ਕੁਝ ਦਾ ਕੁਝ ਦੱਸ ਦੇਣਾ ਤੇ ਅਗਲੇ ਨੂੰ ਬੁੱਧੂ ਬਣਾ ਕੇ ਪੈਸੇ ਝਾੜ ਲੈਣ ਵਾਲੇ ਵਿਰਲੇ ਹੁੰਦੇ ਆ। ਜਿਹੜੇ ਰੱਬ ਨਾਲ ਜੁੜੇ ਹੁੰਦੇ ਆ, ਉਹਨਾਂ ਨੂੰ ਇਸ ਵਿਦਿਆ ਦਾ ਸਹੀ ਗਿਆਨ ਹੁੰਦਾ। ਪਾਂਧੇ ਹਰਦਿਆਲ ਨੂੰ ਸਹੀ ਗਿਆਨ ਸੀ। ਉਹਨੇ ਗੁਰੂ ਨਾਨਕ ਸਾਹਿਬ ਦੀ ਜਨਮ ਪੱਤਰੀ ਜੋ ਬਣਾਈ ਹੈ, ਉਸ ਜਨਮ ਪੱਤਰੀ 'ਚ ਉਹਨੇ ਆਉਣ ਵਾਲਾ ਸਾਰਾ ਸਮਾਂ ਦੱਸਿਆ, ਜਿੰਨੇ ਅਵਤਾਰਾਂ ਦੇ ਲੱਛਣ ਹੁੰਦੇ ਆ ਉਹ ਸਾਰੇ ਦੱਸੇ ਉਹਦੇ ਵਿੱਚ, ਵੀ ਇਹ ਪੂਰਨ ਤੌਰ ਤੇ ਮਹਾਪੁਰਸ਼ ਅਵਤਾਰੀ ਪੁਰਸ਼ ਹੀ ਆਏ ਨੇ। ਮੁੜ ਮੁੜ ਬਾਲਕ ਰੂਪ ਲੱਖ, ਮੰਦ ਮੰਦ ਮੁਸਕਾਏ। ਬਾਰ ਬਾਰ ਪਾਂਧਾ ਜੀ ਸਤਿਗੁਰਾਂ ਦਾ ਰੂਪ ਵੇਖਦੇ ਸਨ ਤੇ ਮੱਥਾ ਟੇਕਦੇ, ਨਮਸਕਾਰ ਕਰਦੇ। 90 ਸਾਲ ਦਾ ਪੰਡਤ ਜੰਮਦੇ ਬੱਚੇ ਨੂੰ ਨਮਸਕਾਰ ਕਰ ਰਿਹਾ ਸੀ ਤੇ ਬਾਬਾ ਕਾਲੂ ਹੈਰਾਨ ਹੋ ਰਿਹਾ ਸੀ, ਪੰਡਤ ਜੀ ਮੇਰੇ ਬੱਚੇ ਨੂੰ ਨਮਸਕਾਰ ਕਿਉਂ ਕਰਦੇ ਹੋ? ਕਹਿੰਦੇ ਕਾਲੂ ਜੀ ਤੁਹਾਡਾ ਇਹ ਬੱਚਾ ਕੋਈ ਆਮ ਬੱਚਾ ਨਹੀਂ ਹੈ, ਇਹ ਸਧਾਰਨ ਬੱਚਾ ਨਹੀਂ ਹੈ, ਇਹ ਕੋਈ ਦੇਵੀ ਸ਼ਕਤੀ ਸੰਸਾਰ ਦੇ ਭਲੇ ਲਈ ਆਈ ਹੈ। ਚੌਪਈ ਟੇਵਾ ਪੰਡਤ ਧਰਿਓ ਲਿਖਾਏ। ਪੰਡਤ ਨੇ ਟੇਵਾ ਲਿਖ ਕੇ ਰੱਖਿਆ, ਜਨਮ ਪੱਤਰੀ ਬਣਾਈ, ਨਾਨਕ ਨਾਮ ਰੱਖਿਆ। ਨਾਨਕ ਤੇ ਨਾਨਕ ਦੇ ਅਰਥ ਵੀ ਪੁੱਛੇ ਸੀ ਬਾਬੇ ਕਾਲੂ ਨੇ, ਵੀ ਨਾਨਕ ਦਾ ਕੀ ਮਤਲਬ ਹੈ? ਤੁਸੀਂ ਮੇਰੇ ਬੱਚੇ ਦਾ ਨਾਨਕ ਨਾਮ ਰੱਖਿਆ। ਉਹਨਾਂ ਨੇ ਅਰਥ ਕੀਤੇ ਸੀ ਨਾ ਅਨਕ, ਅਨਕ ਮੈਨੇ ਅਨੇਕ, ਬਹੁਤ ਸਾਰੇ, ਜ਼ਿਆਦਾ, 2 4 6 ਇਹ ਅਨਕ ਹੋ ਜਾਂਦੇ ਆ, 1000 ਲੱਖ ਕਰੋੜ। ਤੇ ਨਾ ਅਨਕ ਦਾ ਮਤਲਬ ਜੋ ਬਹੁਤਾ ਨਾ ਹੋਵੇ, ਕੇਵਲ ਓਨਲੀ ਵਨ, ਇੱਕੋ ਹੀ ਹੋਵੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਨਾਨਕ ਦਾ ਮਤਲਬ ਇੱਕੋ ਹੈ ਭਾਈ, ਇੱਕੋ ਹੈ, ਇਹ ਇੱਕ ਹੈ, ਨਾ ਅਨਕ। ਦੂਸਰਾ ਅਰਥ ਨਾਨ ਅੱਕ, ਅੱਕ ਪੰਜਾਬੀ 'ਚ ਕਹਿੰਦੇ ਦੁੱਖ ਨੂੰ, ਜਿਵੇਂ ਆਪਾਂ ਕਹਿੰਦੇ ਮੈਂ ਤੇ ਅੱਕ ਗਿਆ, ਦੁਖੀ ਹੋ ਕੇ ਕਹਿੰਦਾ ਬੰਦਾ ਅੱਕ ਗਿਆ। ਅੱਕ ਨਾਮ ਦੁੱਖ ਕੋ ਵਿਦਤ ਜਗ, ਜਗਤ ਜਾਣਦਾ ਕਿ ਦੁੱਖ ਨੂੰ ਅੱਕ ਕਹਿੰਦੇ ਆ ਪੰਜਾਬੀ ਵਿੱਚ, ਆਮ ਬੋਲੀ ਵਿੱਚ। ਨਾਨ ਅੱਕ, ਜਿਸ ਦਾ ਨਾਂ ਲੈਣ ਨਾਲ ਅੱਕ ਖਤਮ ਹੋ ਜਾਂਦਾ, ਨਹੀਂ ਰਹਿੰਦਾ, ਦੁੱਖ ਖਤਮ ਹੋ ਜਾਂਦੇ। ਦੂਸਰਾ ਅਰਥ ਹੈ, ਪਹਿਲਾ ਅਰਥ ਹੈ ਨਾ ਅਨਕ, ਯਾਨੀ ਬਹੁਤੇ ਨਹੀਂ ਹੈ। ਗੁਰੂ ਨਾਨਕ ਇੱਕੋ ਹੀ ਹੈ, ਉਹਦੀ ਕੋਈ ਰੀਸ ਨਹੀਂ ਕਰ ਸਕਦਾ। ਬੀਜੋ ਸੂਝਾ ਕੋ ਨਹੀਂ ਬਹਿ ਦਲੀਚਾਂ ਪਾਏ, ਦੂਜਾ ਕੋਈ ਸੁਝਦਾ ਹੀ ਨਹੀਂ ਜਿਹੜਾ ਉਹਦੇ ਬਰਾਬਰ ਬਹਿ ਜਾਵੇ। ਤੇ ਦੂਜਾ ਅਰਥ ਹੈ ਵੀ ਜਿਹਦਾ ਨਾਂ ਲੈਣ ਨਾਲ ਦੁੱਖ ਮਿਟ ਜਾਂਦੇ ਆ, ਸਾਰੇ ਦੁੱਖਾਂ ਦਾ ਨਾਸ ਹੋ ਜਾਂਦਾ। ਆਖੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਕਹਿਣ ਦੇ ਨਾਲ ਹੀ ਦੁੱਖ ਮਿਟ ਜਾਂਦੇ ਆ। ਹਾਂਜੀ। ਦਇਓ ਮਾਤ ਪਿਤ ਬੋ ਸਮਝਾਏ। ਮਾਤਾ ਪਿਤਾ ਨੂੰ ਵੀ ਸਮਝਾਤਾ, ਬਾਬੇ ਕਾਲੂ ਜੀ ਨੂੰ ਵੀ ਸਮਝਾਤਾ। ਪੰਡਤ ਕਹੈ ਇਸ ਅਦਬ ਰਖਾਇਓ। ਪਾਂਧਾ ਹਰਦਿਆਲ ਜੀ ਕਹਿਣ ਲੱਗੇ ਪਟਵਾਰੀ ਜੀ, ਇਸ ਬੱਚੇ ਨੂੰ ਬੱਚਾ ਸਮਝ ਕੇ ਬੇਅਦਬੀ ਨਾ ਕਰਿਆ ਜੇ, ਕਿਤੇ ਪੁੱਤਰ ਸਮਝ ਕੇ ਕਿਤੇ ਤੋਹੀਨ ਨਾ ਕਰਿਆ ਜੇ, ਨਿਰਾਦਰ ਨਾ ਕਰਿਆ ਜੇ, ਅਦਬ ਰੱਖਿਆ ਜੇ।
ਇਹ ਕੋਈ ਪੁਰਖ ਪੂਰਨ ਹੈ ਆਇਓ। ਇਹ ਕੋਈ ਪੂਰਨ ਪੁਰਸ਼ ਮਹਾਪੁਰਸ਼ ਅਵਤਾਰੀ ਪੁਰਸ਼ ਤੁਹਾਡੇ ਘਰ ਆਇਆ ਹੈ। ਇਦਾਂ ਦੇ ਬੱਚੇ ਆਮ ਨਹੀਂ ਪੈਦਾ ਹੁੰਦੇ। ਨੇ ਕਲੰਕ ਜਨ ਯਹ ਭਇਓ ਆਪ। ਇਹ ਨੇਕਲੰਕ ਪਰਮੇਸ਼ਰ, ਨੇਕਲੰਕ ਬਜੀ ਡੰਕ ਅਕਾਲ ਪੁਰਖ ਆਪ ਹੀ ਸਮਝੋ ਆ ਗਿਆ ਹੈ। ਜਾਪਤ ਇਸ ਕੋ ਇਤੋ ਪ੍ਰਤਾਪ। ਇਹਦਾ ਪ੍ਰਤਾਪ ਸਾਰੇ ਸੰਸਾਰ 'ਚ ਛਾਣਾ ਹੈ। ਸਾਰੀ ਦੁਨੀਆ ਨੇ ਇਹਦਾ ਨਾਮ ਜਪਣਾ ਹੈ। ਨਕਾਰ ਅਚਰ ਉਨ ਮੋਹਰੇ ਤਰਾਇਓ। ਪੰਡਤ ਜੀ ਨੇ ਬੜੀ ਸਿਆਣਪ ਨਾਲ ਜੋਤਿਸ਼ ਵਿਦਿਆ ਦੇ ਅੰਦਾਜ਼ੇ ਨਾਲ ਨੰਨਾ ਅੱਖਰ ਕੱਢਿਆ। ਨੇ ਕਲੰਕ ਤੇ ਨਾਨਕ ਕਹਿਵਾਇਓ। ਕਿਉਂਕਿ ਇਸ ਕਲਯੁਗ 'ਚ ਨੇਕਲੰਕ ਪਰਮੇਸ਼ਰ ਦਾ ਅਵਤਾਰ ਹੋਣਾ ਇਹ ਨਾਨਕ ਅੱਖਰ ਨੰਨੇ ਤੋਂ ਲਿਆ ਹੈ। ਜੋ ਕਉ ਪਾਵੇ ਦਰਸ਼ਨ ਆਏ। ਜਿਹੜਾ ਆ ਕੇ ਇਹਦੇ ਦਰਸ਼ਨ ਕਰੇਗਾ ਹੋਏ ਪ੍ਰਸੰਨ ਬਹੁ ਮੋਹਿਓ ਜਾਏ। ਉਹ ਪ੍ਰਸੰਨ ਹੋ ਜਾਏਗਾ, ਦਰਸ਼ਨ ਕਰਕੇ ਮੋਹਿਆ ਜਾਏਗਾ। ਇੱਕ ਵਾਰੀ ਗੁਰੂ ਨਾਨਕ ਨੂੰ ਵੇਖੇਗਾ, ਵੇਖਦਾ ਹੀ ਰਹਿ ਜਾਏਗਾ। ਜਿਹੜਾ ਗੁਰੂ ਨਾਨਕ ਦੇ ਬਚਨ ਸੁਣੇਗਾ ਉਹ ਸੁਣਦਾ ਹੀ ਰਹਿ ਜਾਏਗਾ। ਜਿਹੜਾ ਇੱਕ ਵਾਰੀ ਇਹਦੇ ਸੰਪਰਕ ਵਿੱਚ ਆ ਗਿਆ ਉਹ ਇਹਦਾ ਹੀ ਬਣ ਜਾਏਗਾ। ਹਾਂਜੀ, ਕਈ ਵਾਰ ਉਹ ਦੇਖਿਓ ਚਾਹੇ। ਕਹਿੰਦੇ ਉਹ ਬੁਰਧ ਹੋ ਚੁੱਕਾ ਸੀ ਹਰਦਿਆਲ, ਤੇ ਉਹਨੂੰ ਇੰਜ ਲੱਗਦਾ ਸੀ ਵੀ ਮੈਂ ਛੇਤੀ ਮਰ ਜਾਣਾ ਹੈ, ਤੇ ਜਦੋਂ ਇਸ ਬੱਚੇ ਨੇ ਵੱਡਾ ਹੋਣਾ ਉਦੋਂ ਮੈਂ ਹੋਣਾ ਕੋਈ ਨਹੀਂ। ਉਹਨੇ ਫਿਰ ਅਕਾਲ ਪੁਰਖ ਅੱਗੇ ਅਰਦਾਸਾਂ ਕੀਤੀਆਂ ਵੀ ਹੇ ਪਰਮੇਸ਼ਰ, ਜਿੰਨਾ ਚਿਰ ਇਹ ਵੱਡਾ ਨਹੀਂ ਨਾ ਹੁੰਦਾ, ਬੋਲਣ ਜੋਗਾ ਨਹੀਂ ਹੁੰਦਾ, ਉਹਨਾਂ ਚਿਰ ਮੇਰਾ ਸਰੀਰ ਰੱਖ ਲੈ, ਉਹਨਾਂ ਚਿਰ ਮੇਰਾ ਸਰੀਰ ਰੱਖ ਲੈ। ਬਾਬੇ ਹਰਦਿਆਲ ਜੀ ਨੇ, ਪੰਡਤ ਜੀ ਨੇ ਅਰਦਾਸ ਕੀਤੀ, ਤੇ ਸੱਚੇ ਪਾਤਸ਼ਾਹ ਜਦੋਂ ਹੋਏ 11 ਸਾਲ ਦੇ, ਤੇ ਜਨੇਊ ਸੰਸਕਾਰ ਹਿੰਦੂ ਧਰਮ ਦੇ ਵਿੱਚ ਹੁੰਦਾ ਹੈ। ਖੱਤਰੀਆਂ ਦੀ ਕੁੱਲ ਦੇ ਮੁਤਾਬਕ 11ਵੇਂ ਸਾਲ 'ਚ ਬਾਬਾ ਜੀ ਨੂੰ ਜਨੇਊ ਪਾਉਣ ਵਾਸਤੇ ਸਾਰਾ ਸਮਾਜ ਇਕੱਠਾ ਕੀਤਾ ਗਿਆ, ਤੇ ਪਾਂਧਾ ਹਰਦਿਆਲ ਜੀ ਆਏ। ਉਹਨਾਂ ਦੀ ਅਰਦਾਸ ਸੀ ਵੀ ਮੈਂ ਇਹਨਾਂ ਤੋਂ ਉਪਦੇਸ਼ ਲੈਣਾ। ਜਦੋਂ ਪਾਂਧਾ ਹਰਦਿਆਲ ਜੀ ਮਹਾਰਾਜ ਦੇ ਗਲ ਜਨੇਊ ਪਾਉਣ ਲੱਗੇ ਤਾਂ ਹਜੂਰ ਨੇ ਉਸ ਵੇਲੇ ਇਨਕਾਰ ਕਰ ਦਿੱਤਾ। ਕਹਿਣ ਲੱਗੇ ਠਹਿਰੋ, ਮੇਰੇ ਗਲ ਕਿਹੜਾ ਜਨੇਊ ਪਾਉਣ ਲੱਗੇ ਹੋ? ਉਹ ਕਹਿੰਦੇ ਕਿੱਦਾਂ ਦਾ ਪਾਈਏ? ਮਹਾਰਾਜ ਕਹਿੰਦੇ ਇਦਾਂ ਦਾ ਪਾਓ, ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ, ਇਹ ਜਨੇਊ ਜੀ ਕਾ ਹਈ ਤਾਂ ਪਾਂਡੇ ਘਤ, ਨਾ ਇਹ ਟੁੱਟੈ ਨਾ ਮਨ ਲੱਗੈ, ਨਾ ਇਹ ਜਲੈ ਨਾ ਜਾਏ, ਧਨ ਸੋ ਮਾਨਸ ਨਾਨਕਾ ਜੋ ਗਲ ਚੱਲੇ ਪਾਏ। ਇਹ ਸੁਣ ਕੇ ਪਾਂਧਾ ਜੀ ਚਰਨਾਂ ਤੇ ਢਹਿ ਪਏ। ਕਹਿਣ ਲੱਗੇ ਮਹਾਰਾਜ ਮੈਂ ਬਸ ਇਹੀ ਉਡੀਕਦਾ ਸੀ ਕਿ ਤੁਹਾਡੀ ਰਸਨਾ ਤੋਂ ਉਪਦੇਸ਼ ਸੁਣ ਲਵਾਂ। ਮੇਰੀ ਜੀਵਨ ਯਾਤਰਾ ਪੂਰੀ ਹੋ ਗਈ ਹੈ, ਜਿਸ ਕੰਮ ਲਈ ਮੈਂ ਸੰਸਾਰ ਤੇ ਆਇਆ ਸੀ ਮੇਰਾ ਕੰਮ ਬਣ ਗਿਆ। ਉਹ ਪਾਂਧਾ ਜੀ ਥੋੜੇ ਦਿਨਾਂ ਵਿੱਚ ਹੀ ਸੱਚਖੰਡ ਚਲੇ ਗਏ। ਸੋ ਉਹ ਪਾਂਧਾ ਜੀ ਦਾ ਇੱਥੇ ਜ਼ਿਕਰ ਆ ਰਿਹਾ ਕਿ ਉਹ ਪਾਂਧਾ ਕਈ ਵਾਰ ਗੁਰੂ ਨਾਨਕ ਸਾਹਿਬ ਨੂੰ ਘਰ 'ਚ ਮਿਲਣ ਆਇਆ ਕਰਦਾ ਸੀ, ਦੇਖਣ ਆਇਆ ਕਰਦਾ ਸੀ ਰੋਜ਼। ਦੇਖਤ ਦਰਸ ਨੈ ਉਸ ਤ੍ਰਿਪਤ ਹੈ। ਉਹ ਕਹਿੰਦੇ ਰੱਜਦਾ ਨਹੀਂ ਸੀ ਹੁੰਦਾ ਦਰਸ਼ਨ ਕਰਕੇ, ਇੰਨਾ ਉਹਨੂੰ ਮਹਾਰਾਜ ਨਾਲ ਪ੍ਰੇਮ ਸੀਗਾ। ਦੋਹਰਾ ਕਉ ਕਹਿਐ ਪਇਓ ਸਿੱਧ, ਕਉ ਕਹਿ ਅਵਤਾਰ। ਲੋਕ ਗੱਲਾਂ ਕਰਨ ਲੱਗ ਪਏ ਗੁਰੂ ਨਾਨਕ ਨੂੰ ਵੇਖ ਕੇ। ਕੋਈ ਕਹਿੰਦਾ ਕੋਈ ਸਿੱਧ ਪੁਰਸ਼ ਹੋਇਆ, ਤੇ ਕੋਈ ਕਹਿੰਦੇ ਕੋਈ ਅਵਤਾਰ ਹੀ ਆਇਆ। ਕਉ ਕਹਿ ਪਾਤਸ਼ਾਹੀ ਹੈ, ਕਹੋ ਸੋ ਛਤਰ ਧਾਰ। ਤੇ ਕਈ ਕਹਿੰਦੇ ਕੋਈ ਰਾਜਾ ਬਾਦਸ਼ਾਹ ਚੱਕਰਵਰਤੀ ਛਤਰਪਤੀ ਰਾਜਾ ਹੋਇਆ, ਜਿਹੜਾ ਇਹ ਲੱਛਣ ਦੱਸਦੇ ਹਨ ਇਹਦੇ। ਚੌਪਈ ਧਨਵਾਨ ਕਹਿ ਦੇਈਏ ਯਾਹੇ। ਜਿਹੜੇ ਧਨਵਾਨ ਪੈਸੇ ਵਾਲੇ ਸੀ ਉਹਨਾਂ ਦਾ ਜੀ ਕਰਦਾ ਸਾਰਾ ਪੈਸਾ ਚੁੱਕ ਕੇ ਨਾਨਕ ਨੂੰ ਹੀ ਦੇ ਦਈਏ, ਸਾਰਾ ਭੇਟਾ ਕਰ ਦਈਏ ਜੋ ਕੁਝ ਸਾਡੇ ਕੋਲ ਹੈ। ਸਾਧ ਸੰਗਤ ਜੀ, ਰਾਏ ਬੁਲਾਰ ਦੇ ਪਰਿਵਾਰ ਬਾਰੇ ਪਤਾ ਕੀਤਾ ਹੈ ਵੀ ਉਹਨਾਂ ਨੇ 750 ਮੁਰੱਬਾ ਜ਼ਮੀਨ ਰਾਏ ਬੁਲਾਰ ਨੇ ਗੁਰੂ ਨਾਨਕ ਸਾਹਿਬ ਦੇ ਨਾਂ ਕਰਾਈ। ਇੱਕ ਮੁਰੱਬਾ 25 ਕਿੱਲਿਆਂ ਦਾ ਹੁੰਦਾ, ਤੇ ਅੰਦਾਜ਼ਾ ਲਾ ਲਓ 750 ਮੁਰੱਬਾ ਉਹ ਜ਼ਮੀਨ ਪਾਤਸ਼ਾਹ ਦੇ ਨਾਂ ਕਰਾਈ। ਅਜੇ ਮਹਾਰਾਜ ਸੱਚੇ ਪਾਤਸ਼ਾਹ ਦੀ ਉਮਰ ਛੋਟੀ ਸੀ, ਉਦੋਂ ਹੀ ਉਹਨੇ ਭੇਟਾ ਕਰਤਾ ਹੈ। ਧਨਵਾਨ ਕਹਿੰਦੇ ਸਾਰਾ ਧਨ ਇਹਦੇ ਤੋਂ ਲੁਟਾ ਦਈਏ। ਨਿਰਤਨ ਕਹੈ ਤਨ ਇਤ ਸੇਵੀ ਆਹੇ। ਤੇ ਗਰੀਬ ਕਹਿੰਦੇ ਇਹਦੀ ਸੇਵਾ ਕਰੀਏ, ਇਹਦੇ ਤੋਂ ਸਾਨੂੰ ਧਨ ਮਿਲ ਜਾਏਗਾ। ਗਰੀਬ ਕਹਿੰਦੇ ਇਹਦੇ ਤੋਂ ਸਾਡਾ ਘਰ ਭਰੇਗਾ, ਅਮੀਰ ਕਹਿੰਦੇ ਤੋਂ ਘਰ ਲੁਟਾ ਦਈਏ। ਉਹ ਕੈਸੀ ਹਸਤੀ ਸੀ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ। ਗੁਰੂ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨਾ ਭਰਿਆ ਰੇ। ਹਾਂਜੀ, ਕਉ ਕੈ ਇਸ ਸੇ ਪਰਤਾਵੈ। ਤੇ ਕੋਈ ਕਹਿੰਦੇ ਆ ਇਹਦੀ ਸੇਵਾ ਦੇ ਨਾਲ, ਇਹਦੀ ਸੇਵਾ ਕਰਕੇ ਇਹਨੂੰ ਖੁਸ਼ ਕਰ ਲਈਏ। ਪਰਤਾਵੇਂ ਦਾ ਮਤਲਬ ਪਤੀਤ ਜਾਵੇ, ਸਾਡੇ ਤੇ ਪ੍ਰਸੰਨ ਹੋ ਜਾਵੇ। ਹਾਂਜੀ, ਸੁਖ ਨਾ ਸੁਖੈ ਮੁਰਾਦਾਂ ਪਾਵੇ। ਸੁਖ ਨਾ ਸੁਖਦੇ ਆ ਇਹਦੇ
ਦਰਸ਼ਨ ਹੋ ਗਏ ਨੇ, ਸਾਡਾ ਕੰਮ ਬਣ ਜਾਏਗਾ। ਘਰੋਂ ਨਿਕਲਦੇ ਗੁਰੂ ਨਾਨਕ ਸਾਹਿਬ ਗਲੀ 'ਚ ਖੇਡਦੇ ਹੁੰਦੇ ਛੋਟੇ ਛੋਟੇ, ਤੇ ਲੋਕ ਨਮਸਕਾਰ ਕਰਕੇ ਲੰਘਦੇ ਆ ਵੀ ਅੱਜ ਇਹ ਬੱਚਾ ਸਾਨੂੰ ਮਿਲਿਆ ਨਾ, ਜਿੱਧਰ ਚੱਲੇ ਆ ਉਹ ਕੰਮ ਹੋ ਜਾਏਗਾ, ਸਾਡੀ ਮੁਰਾਦ ਪੂਰੀ ਹੋ ਜਾਏਗੀ। ਹਾਂਜੀ, ਜਿਮ ਜਿਮ ਸਤਿਗੁਰ ਕਲ ਪ੍ਰਗਟਾਵੈ, ਜਿਉਂ-ਜਿਉਂ ਗੁਰੂ ਬਾਬਾ ਨਾਨਕ ਸੱਚੇ ਪਾਤਸ਼ਾਹ ਦੀ ਕਲਾ ਪ੍ਰਗਟ ਹੁੰਦੀ ਹੈ, ਤਿਮ ਤਿਮ ਲੋਕ ਸੋ ਦੇਖਣ ਆਵੈ। ਤੇ ਲੋਕ ਦੇਖਣ ਆਉਂਦੇ ਇਸ ਬਾਲਕ ਨੂੰ। ਜੋ ਚਿਤ ਚਿਤਵੈ ਸੋ ਸੁਨਾਏ, ਔਰ ਜੋ ਚਿਤਵਦੇ ਨੇ ਉਹ ਆ ਕੇ ਬੇਨਤੀ ਵੀ ਕਰ ਦਿੰਦੇ ਨੇ। ਅਗਮ ਨਿਗਮ ਕੀ ਬਾਤ ਬਤਾਏ, ਤੇ ਬਾਬਾ ਨਾਨਕ ਜੀ ਉਹਨਾਂ ਨੂੰ ਅਗੰਮ ਨਿਗਮ ਦੀਆਂ ਗੱਲਾਂ, ਉਹ ਗੱਲਾਂ ਜਿਹੜੀਆਂ ਇਨਸਾਨ 100 ਸਾਲ ਦੀ ਉਮਰ 'ਚ ਵੀ ਨਹੀਂ ਸਮਝ ਸਕਦਾ, 100 ਜਨਮ 'ਚ ਵੀ ਨਹੀਂ ਸਮਝ ਸਕਦਾ, ਉਹ ਗੱਲ ਛੋਟੀ ਜਿਹੀ ਉਮਰ 'ਚ ਮਹਾਰਾਜ ਦੱਸ ਦਿੰਦੇ ਨੇ। ਕਾਲੂ ਕੇ ਮਨ ਪੁੱਤਰ ਪਾਏ, ਬਾਬੇ ਕਾਲੂ ਜੀ ਨੂੰ ਭੁੱਲ ਗਿਆ ਹੈ ਕਿ ਮੇਰੇ ਘਰ ਪਰਮੇਸ਼ਰ ਆਇਆ, ਉਹ ਪੁੱਤਰ ਹੀ ਸਮਝਦੇ ਨੇ। ਚਹਿ ਕਰਾਈ ਕਾਰ ਉਨ ਪਾਹੇ, ਤੇ ਬਾਬਾ ਜੀ ਕੋਲੋਂ ਕੰਮ ਕਰਾਉਣਾ ਚਾਹੁੰਦੇ ਵੀ ਪੁੱਤਰ ਨਾਨਕ ਹੁਣ ਤੂੰ ਵੱਡਾ ਹੋ ਰਿਹਾ, ਕੋਈ ਕੰਮ ਕਰ ਲੈ। ਆਗਿਆ ਪਿਤ ਕੀ ਮੋੜੈ ਨਾਹੀ, ਮਹਾਰਾਜ ਆਪਣੇ ਪਿਤਾ ਦੀ ਆਗਿਆ ਵੀ ਨਹੀਂ ਮੋੜਦੇ, 7 ਬਚਨ ਪਿਤਾ ਜੀ ਕਹਿ ਕੇ ਕੰਮ ਲੱਗ ਜਾਂਦੇ ਨੇ। ਜਿਤਵਲ ਤੋਰੈ ਤਿਤਵਲ ਜਾਹੀ, ਜਿੱਧਰ ਪਿਤਾ ਜੀ ਭੇਜਦੇ ਨੇ ਮਹਾਰਾਜ ਉਧਰ ਹੀ ਚਲੇ ਜਾਂਦੇ ਨੇ। ਸਤਨਾਮ ਜਪ ਮੁਕਤੇ ਕਰੈ, ਮੂੰਹ ਤੋਂ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਰਹਿੰਦੇ ਨੇ। ਕਰਤਾ ਪੁਰਖ ਕੈ ਬਚਨ ਉਚਰੈ, ਔਰ ਉਹ ਕਰਤਾਰ ਕਰੇਗਾ। ਇਹ ਬੋਲਾ ਸੀ ਗੁਰੂ ਬਾਬਾ ਜੀ ਦਾ, ਸਤ ਕਰਤਾਰ। ਜੇ ਕਿਸੇ ਨੇ ਆ ਕੇ ਮਿਲਣਾ, ਜਿਵੇਂ ਆਪਾਂ ਹੁਣ ਫਤਿਹ ਜਾਂਦੇ ਆ, ਪਹਿਲਾ ਬੋਲਾ ਹਜੂਰ ਦਾ ਸੀ ਸਤ ਕਰਤਾਰ। ਕੋਈ ਆਵੇ ਉਹ ਵੀ ਮਹਾਰਾਜ ਨੂੰ ਸਤ ਕਰਤਾਰ ਕਹਿਣਾ, ਮਹਾਰਾਜ ਨੇ ਵੀ ਸਤ ਕਰਤਾਰ ਕਹਿਣਾ। ਤੇ ਸਤ ਕਰਤਾਰ ਭਾਈ, ਕਰਤਾਰ ਸੱਚਾ ਹੈ, ਕਰਤਾਰ ਕਰੇਗਾ, ਇਹ ਬੋਲਾ ਰੱਖਦੇ ਸਨ। ਯਹੀ ਉਪਦੇਸ਼ ਸਭ ਬਾਲਨ ਦੇਵੈ, ਔਰ ਆਪਣੇ ਸਾਥੀ ਬੱਚਿਆਂ ਨੂੰ ਵੀ ਖਿਡਾਉਂਦਿਆਂ ਹੋਇਆਂ ਇਹੀ ਉਪਦੇਸ਼ ਦਿੰਦੇ ਸੀ ਵੀ ਸਤ ਕਰਤਾਰ ਜਪਿਆ ਕਰੋ। ਸਤ ਕਰਤਾਰ ਉਨ ਮੁਖੋਂ ਕਹਾਵੈ, ਸਭ ਦੇ ਮੂੰਹ ਤੋਂ ਸਤ ਕਰਤਾਰ ਦਾ ਜਾਪ ਕਰਾਉਂਦੇ ਸੱਚੇ ਪਾਤਸ਼ਾਹ ਜੀ। ਦੋਹਰਾ ਕਿਉ ਤੰਦਾਰੋ ਕਾਨਨ ਮਰਦਾਨੇ ਦਿਓ ਫੜਾਏ, ਮਰਦਾਨਾ ਥੋੜਾ ਉਮਰ 'ਚ ਵੱਡਾ ਸੀ, ਉਹਦੇ ਨਾਲ ਦੋਸਤੀ ਪਾ ਲਈ। ਉਦੋਂ ਕੋਈ ਵਧੀਆ ਸਾਜ਼ ਤਾਂ ਨਹੀਂ ਸੀ ਮਿਲਿਆ, ਕਾਨਿਆਂ ਦਾ ਬਣਾ ਕੇ ਨਾ ਤੂੰਬਾ, ਤੇ ਮਰਦਾਨੇ ਨੂੰ ਫੜਾਤਾ, ਵਜਾਈ ਜਾ, ਅਸੀਂ ਗਾਵਾਂਗੇ ਤੂੰ ਵਜਾਇਆ ਕਰ। ਹਾਂਜੀ, ਬਜਾਏ ਸ਼ਬਦ ਪੈ ਗਾਵਈ ਸਭ ਬਾਲਨ ਸਾਤ ਰਲਾ, ਤੇ ਬੱਚੇ ਸਾਰੇ ਰਲ ਜਾਂਦੇ ਤੇ ਉਹਨਾਂ ਨਾਲ ਬਹਿ ਕੇ ਸ਼ਬਦ ਗਾਉਂਦੇ, ਬਾਬਾ ਜੀ ਬਾਣੀ ਗਾਉਂਦੇ ਸਨ। ਜੇ ਸਭ ਬਾਲਨ ਕਥਾ ਲਿਖਾਈ, ਜੇ ਬਾਲ ਪਤਨ ਦੀ ਕਥਾ ਮੈਂ ਸਾਰੀ ਲਿਖਾਂ, ਬੜਾ ਗ੍ਰੰਥ ਬੜ ਅੰਤ ਨਾ ਪਾਈ, ਤੇ ਗੁਰੂ ਨਾਨਕ ਦੀ ਕਥਾ ਹੀ ਨਹੀਂ ਮੁੱਕਣੀ। ਕਿਉਂਕਿ ਸਾਧ ਸੰਗਤ ਜੀ ਜਨਮ ਸਾਖੀਆਂ ਭਰੀਆਂ ਪਈਆਂ, ਮਹਾਰਾਜ ਸੱਚੇ ਪਾਤਸ਼ਾਹ ਦਾ ਇਤਿਹਾਸ ਬੜਾ ਵੱਡਾ। ਤੇ ਇੱਥੇ ਅੱਗੇ ਜਾ ਕੇ ਕਹਿੰਦੇ ਵੀ ਰਤਨ ਸਿੰਘ ਜੀ ਵੀ ਕੈਪਟਨ ਮਰੀ, ਜੇ ਤੁਸੀਂ ਬਹੁਤਾ ਜਾਣਨਾ ਚਾਹੁੰਦੇ ਹੋ ਤੇ ਜਨਮ ਸਾਖੀ ਪੜ੍ਹ ਲਓ। ਮੈਂ ਤੇ ਤੁਹਾਨੂੰ ਉਹਨਾਂ ਦੀ, ਜਦ ਤੁਸੀਂ ਪੁੱਛਿਆ ਨਾ ਵੀ ਸਿੰਘਾਂ ਦਾ ਰਾਜ ਕਿਵੇਂ ਬਣਿਆ, ਕਿੱਥੋਂ ਕਿਹਨੇ ਦਿੱਤਾ, ਤੇ ਮੈਂ ਦੱਸਿਆ ਵੀ ਗੁਰੂ ਨਾਨਕ ਨੇ ਦਿੱਤਾ। ਤੇ ਗੁਰੂ ਨਾਨਕ ਕੌਣ ਸੀ ਉਹ ਮੈਂ ਤੁਹਾਨੂੰ ਛੋਟੇ ਜਿਹੇ ਸ਼ਬਦਾਂ 'ਚ ਦੱਸ ਰਿਹਾ। ਹਾਂਜੀ, या ते मैं अब सोच सो कहो, मैं संखेप नाल थोड़े शब्दां च कहना आ। बीज मात्र कुछ लिखियो चाहो, बीज मात्र गल ते दसनी पैंदी है, विस्तार तां नहीं कर सकदा, मैं संखेप विच जरूर दसांगा। जिम बालन सो खेड खंडाई, जो बच्चियां नाल उन्हां ने लीला कीती, बाल लीला। खेती उजाड़ी फिर जमाई, मझां चारन गए, खेती उजाड़ दित्ती। ਜਦੋਂ ਸ਼ਿਕਾਇਤ ਹੋਈ ਰਾਏ ਬੁਲਾਰ ਕੋਲ ਤੇ ਮਹਾਰਾਜ ਨੂੰ ਸੱਦਿਆ, ਬਾਬੇ ਕਾਲੂ ਨੂੰ ਸੱਦਿਆ ਕਿ ਤੂੰ ਆਪਣਾ ਮਸਤਾਨਾ ਪੁੱਤਰ ਭੇਜ ਦਿੱਤਾ, ਡੰਗਰ ਚਾਰਨੇ ਤੇ ਵਿਚਾਰੇ ਗਰੀਬ ਜੱਟ ਦੀ ਸਾਰੀ ਮੂੰਜੀ ਖਾ ਗਏ। ਤੇ ਜਦੋਂ ਮਹਾਰਾਜ ਨੂੰ ਪੁੱਛਿਆ ਬਾਪੂ ਨੇ, ਮਹਾਰਾਜ ਕਹਿੰਦੇ ਕਿੱਥੇ ਖੇਤੀ ਉਜੜੀ, ਇੱਕ ਤੀਲਾ ਵੀ ਨਹੀਂ, ਜਾ ਕੇ ਵੇਖੋ ਤੇ ਸਹੀ। ਜਦੋਂ ਜਾ ਕੇ ਵੇਖਿਆ ਤੇ ਖੇਤ ਉਸੇ ਤਰ੍ਹਾਂ ਲਹਿਰਾ ਰਿਹਾ, ਇੱਕ ਤੀਲਾ ਵੀ ਨਹੀਂ ਟੁੱਟਾ, ਇੱਕ ਬੂਟਾ ਵੀ ਨਹੀਂ ਟੁੱਟਾ। ਇਦਾਂ ਦੇ ਜਦੋਂ ਕੌਤਕ ਰਾਏ ਬੁਲਾਰ ਨੇ ਵੇਖੇ, ਸੱਪ ਨੇ ਛਾਂ ਕਰਨ ਵਾਲਾ ਕੌਤਕ ਵੇਖਿਆ, ਦਰਖਤ ਦੀ ਛਾਂ ਟਿਕੇ ਰਹਿਣ ਵਾਲਾ ਕੌਤਕ ਵੇਖਿਆ, ਤੇ ਫਿਰ ਰਾਏ ਬੁਲਾਰ ਮੁਰੀਦ ਬਣ ਗਿਆ। ਹਾਂਜੀ, ਜਿਮ ਬਲਵੰਡ ਸੋ ਬਾਬਾ ਦੇਖਾ, ਰਾਏ ਬੁਲਾਰ ਨੇ ਦੇਖਿਆ ਇੱਕ ਦਿਨ ਬਾਬਾ ਸੁੱਤਾ ਪਿਆ, ਦਰਖਤ ਦੀ ਛਾਂ ਢਲ ਗਈ ਹੈ ਤੇ ਸੱਪ ਛਾਂ ਕਰਕੇ ਸਿਰ ਦੇ ਉੱਤੇ ਖੜਾ ਹੈ। ਹਾਂਜੀ, ਸ਼ਾਮ ਕਰਤ ਸਰਪ ਫਨ ਸਯੋ ਭੇਖਾ, ਐਡਾ ਵੱਡਾ ਫਣ ਕਰਕੇ ਸੱਪ ਮੂੰਹ ਦੇ ਉੱਤੇ
ਰਾਏ ਬੁਲਾਰ ਡਰ ਗਿਆ ਦੂਰੋਂ ਵੀ ਇਸ ਬੱਚੇ ਨੂੰ ਸੱਪ ਨੇ ਡੰਗ ਲਿਆ। ਘੋੜੀ ਤੋਂ ਉਤਰ ਕੇ ਜਦੋਂ ਰਾਏ ਬੁਲਾਰ ਨੇੜੇ ਆਉਣ ਲੱਗਾ, ਸੱਪ ਉਥੋਂ ਸਰਕ ਕੇ ਗੁਪਤ ਹੋ ਗਿਆ ਤੇ ਆ ਕੇ ਵੇਖਿਆ ਤੇ ਮਹਾਰਾਜ ਉੱਠ ਕੇ ਬੈਠ ਗਏ। ਫਿਰ ਉਹਨੂੰ ਸਮਝ ਆਈ ਵੀ ਇਹ ਬਾਲਕ ਕੋਈ ਆਮ ਬਾਲਕ ਨਹੀਂ, ਕੋਈ ਅਲੌਕਾਰ ਸ਼ਕਤੀ ਦਾ ਮਾਲਕ ਹੈ ਜਿਹਨੂੰ ਸੱਪ ਵੀ ਛਾਵਾਂ ਕਰਦੇ। ਕਿਉਂਕਿ ਸਾਧ ਸੰਗਤ ਜੀ, ਸੱਪ ਤੋਂ ਕਰੂਰ ਦੁਨੀਆ ਦੇ ਕੋਈ ਚੀਜ਼ ਨਹੀਂ ਹੈ। ਸੱਪ ਸਭ ਤੋਂ ਕਰੂਰ ਮੰਨਿਆ ਜਾਂਦਾ। ਉਹ ਕਰੂਰ ਤੋਂ ਕਰੂਰ ਵੀ ਬਾਬੇ ਨਾਨਕ ਦੇ ਸੇਵਕ ਬਣ ਗਏ ਹੈ, ਤੇ ਫਿਰ ਇਨਸਾਨ ਕਿਉਂ ਨਹੀਂ ਬਣਨਗੇ? ਇਨਸਾਨਾਂ ਦਾ ਦਿਲ ਕਿਉਂ ਨਹੀਂ ਬਦਲੇਗਾ? ਕੁੱਲ ਦੁਨੀਆ ਦੀ ਬਿਰਤੀ ਬਦਲ ਦੇਣ ਵਾਲਾ ਹੈ ਬਾਬਾ ਨਾਨਕ। ਹਾਂਜੀ। ਔਰ ਅਚੰਬੇ ਕੀਤੇ ਭੈ, ਹੋਰ ਵੀ ਬੜੇ ਅਚੰਬੇ ਕੌਤਕ ਹੋਏ। ਸੁਣੇ ਰਾਏ ਕਿਛ ਅੱਖੀਂ ਦੇਖੈ, ਕੁਝ ਰਾਏ ਬੁਲਾਰ ਨੇ ਕੰਨਾਂ ਨਾਲ ਸੁਣੇ ਤੇ ਕੁਝ ਅੱਖਾਂ ਨਾਲ ਦੇਖ ਲਏ। ਜਿਮ ਕਰ ਰਾਏ ਮਨ ਪਤੀ ਆਇਓ, ਰਾਏ ਬੁਲਾਰ ਦਾ ਮਨ ਬਾਬੇ ਨਾਨਕ ਤੇ ਪੂਰੀ ਤਰ੍ਹਾਂ ਪਤੀਜ ਗਿਆ। ਸਦ ਕਰ ਨਾਨਕ ਆਦਰ ਕਰਵਾਇਓ, ਉਹ ਆਪਣੇ ਘਰ ਸੱਦ ਕੇ ਆਦਰ ਕਰਦਾ ਸੀ ਤੇ ਕਹਿੰਦਾ ਹੁੰਦਾ ਸੀ, ਕਾਲੂ ਤੂੰ ਨਾਨਕ ਦੀ ਨਰਾਦਰੀ ਨਾ ਕਰਿਆ ਕਰ। ਜਦੋਂ 20 ਰੁਪਏ ਦਾ ਬਾਬਾ ਜੀ ਹਰਜਾ ਕਰ ਆਏ, ਬਾਬੇ ਕਾਲੂ ਨੇ ਚਪੇੜਾਂ ਮਾਰੀਆਂ ਤੇ ਰਾਏ ਬੁਲਾਰ ਨੂੰ ਪਤਾ ਲੱਗਾ। ਉਹਨੇ ਆਖਿਆ ਤੂੰ 20 ਦੇ 40 ਲੈ ਜਾ, ਪਰ ਮੇਰੇ ਨਾਨਕ ਨੂੰ ਕੁਝ ਨਾ ਆਖੀ। ਅੱਗੇ ਨੂੰ ਭਾਵੇਂ 1000 ਦਾ ਉਜਾੜਾ ਕਰ ਦੇਵੇ, ਭਾਵੇਂ ਲੱਖ ਦਾ ਕਰ ਦੇਵੇ, ਮੈਂ ਭਰਾਂਗਾ, ਤੂੰ ਇਹਦੇ ਬਾਰੇ ਇਹਨੂੰ ਨਾ ਕੁਝ ਆਖੀ। ਸੋ ਉਹ ਰਾਏ ਬੁਲਾਰ ਇੰਨਾ ਸੇਵਕ ਤੇ ਮੁਰੀਦ ਬਣ ਗਿਆ। ਦੋਹਰਾ ਸਦ ਬਲਵੰਡ ਆਦਰ ਕੀਓ, ਪੁੱਤਰ ਭੋਏ ਦਿਓ ਸੋ ਪਾਏ। ਕਹਿੰਦੇ ਰਾਏ ਬੁਲਾਰ ਨੇ ਆਦਰ ਕੀਤਾ ਔਰ ਸਤਿਕਾਰ ਕੀਤਾ। ਆਪਣੇ ਪੁੱਤਰ ਨੂੰ ਵੀ ਗੁਰੂ ਨਾਨਕ ਦਾ ਸੇਵਕ ਬਣਾਇਆ ਸੀ। ਜਿਹੜਾ ਵਜ਼ੀਰ ਆਜ਼ਮ ਹਿੰਦ ਹੋਇਆ, ਉਹ ਰਾਏ ਬੁਲਾਰ ਦਾ ਪੁੱਤਰ ਸੀ। ਬਾਅਦ ਵਿੱਚ ਬਾਦਸ਼ਾਹ ਸਿਕੰਦਰ ਲੋਧੀ ਦੇ ਸਮੇਂ ਵਜ਼ੀਰ ਆਜ਼ਮ ਸੀਗਾ। ਜਦੋਂ ਵਜ਼ੀਰ ਆਜ਼ਮ ਨੇ ਤੇ ਦੌਲਤ ਖਾਂ ਦੇ 4 ਪੁੱਤਰਾਂ ਨੇ ਸਿਕੰਦਰ ਲੋਧੀ ਬਾਦਸ਼ਾਹ ਨੂੰ ਰੋਕਿਆ ਸੀ ਕੁਕਰਮ ਕਰਨ ਤੋਂ, ਵੀ ਤੂੰ ਜ਼ੁਲਮ ਨਾ ਕਰਿਆ ਕਰ। ਤੇ ਸਿਕੰਦਰ ਲੋਧੀ ਨੇ ਉਹਨਾਂ 4 ਪੁੱਤਰਾਂ ਨੂੰ ਤੇ ਵਜ਼ੀਰ ਆਜ਼ਮ ਰਾਏ ਬੁਲਾਰ ਦੇ ਬੇਟੇ ਨੂੰ ਕੈਦ ਕਰ ਲਿਆ ਸੀ, ਜਿਹਦੇ ਕਰਕੇ ਦੌਲਤ ਖਾਂ ਲੋਧੀ ਨੂੰ ਉਹਦੇ ਪੁੱਤਰਾਂ ਨੇ ਜੇਲ੍ਹ 'ਚੋਂ ਚਿੱਠੀ ਲਿਖੀ ਸੀ। ਉਹ ਲੁਧਿਆਣੇ ਆ ਕੇ ਰਹਿੰਦਾ ਸੀ ਵੀ ਤੁਸੀਂ ਬਾਪੂ ਜੀ ਜਦੋਂ ਸਾਡੀ ਚਿੱਠੀ ਪਹੁੰਚੇਗੀ ਅਸੀਂ 5 ਜਣੇ ਮਾਰੇ ਜਾ ਚੁੱਕੇ ਹੋਵਾਂਗੇ, ਪਰ ਸਾਡੀ ਮੌਤ ਦਾ ਬਦਲਾ ਲਿਆ ਜੇ। ਤੇ ਤੁਸੀਂ ਇਹ ਕਹੋਗੇ ਵੀ ਬੁੱਢੇ ਹੋ ਗਏ ਕਹੋ ਕਿਵੇਂ ਬਦਲਾ ਲਈਏ? ਤੁਸੀਂ ਘਬਰਾਇਆ ਜੇ ਨਾ, ਪੀਰ ਨਾਨਕ ਕੋਲ ਜਾਇਆ ਜੇ, ਪੀਰ ਨਾਨਕ ਸਾਡਾ ਬਦਲਾ ਲਵੇਗਾ। ਤੇ ਫਿਰ ਉਹ ਗੁਰੂ ਨਾਨਕ ਸਾਹਿਬ ਕੋਲ ਰੋੜੀ ਸਾਹਿਬ ਅਹਿਮਦਾਬਾਦ ਦੌਲਤ ਖਾਂ ਪਹੁੰਚਿਆ ਸੀ। ਉਹ ਬੱਚਿਆਂ ਦੀ ਚਿੱਠੀ ਪੜ੍ਹ ਕੇ ਗੁਰੂ ਨਾਨਕ ਸਾਹਿਬ ਨੇ ਬਾਬਰ ਨੂੰ ਸੱਦਿਆ ਸੀ ਤੇ ਬਾਬਰ ਨੇ ਆ ਕੇ ਮੁਗਲਾਂ ਪਠਾਣਾਂ ਨਾਲ ਜੰਗ ਕੀਤਾ ਸੀ। ਉਹ ਕਥਾ ਅੱਗੇ ਆਉਂਦੀ ਭਾਈ ਤਾਰੂ ਸਿੰਘ ਜੀ ਦੇ ਪ੍ਰਸੰਗ ਵਿੱਚ ਇਸੇ ਵਿਸ਼ੇ ਤੇ ਚੱਲਦੀ ਹੈ ਗੱਲ ਵੀ ਗੁਰੂ ਨਾਨਕ ਨੇ ਰਾਜ ਬਾਬਰ ਨੂੰ ਕਿਉਂ ਦਿੱਤਾ, ਕਿਵੇਂ ਦਿੱਤਾ, ਕਦੋਂ ਦਿੱਤਾ। ਉਹ ਸ਼ੰਕਾ ਅੰਗਰੇਜ਼ਾਂ ਦਾ ਕੱਢਣਾ ਹੈ। ਤੇ ਭਾਈ ਸਾਹਿਬ ਰਤਨ ਸਿੰਘ ਜੀ ਭੰਗੂ ਦੱਸ ਰਹੇ ਨੇ ਵੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜਿੱਥੇ ਧਾਰਮਿਕ ਆਗੂ ਸਨ ਉੱਥੇ ਰਾਜਨੀਤੀਆਂ ਵੀ ਚਰਨ ਚੁੰਮਦੀਆਂ ਸਨ। ਉਹ ਸਰਬ ਕਲਾ ਸਮਰੱਥ ਸਨ। ਸੱਚੇ ਪਾਤਸ਼ਾਹ ਦੀ ਵਡਿਆਈ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ ਜੀ। ਹਾਂਜੀ। ਅੰਦਰ ਬਾਸ ਤਨ ਮਦ ਨਾਨਕ ਖੇਡੈ ਤਾਏ। ਰਾਏ ਬੁਲਾਰ ਨੇ ਆਖਿਆ ਸੀ ਵੀ ਗੁਰੂ ਨਾਨਕ ਜਿੱਥੇ ਮਰਜੀ ਅੰਦਰ ਬਾਹਰ ਖੇਡੇ, ਉਹਨੂੰ ਕੋਈ ਰੁਕਾਵਟ ਨਹੀਂ ਹੈ। ਸੋ ਇਤਨੇ ਬਚਨ ਪ੍ਰਵਾਨ ਕਰਨੇ ਜੀ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ ਲਾਲ, ਪ੍ਰਾਣਨਾਥ ਅਨਾਥ ਸਖੇ ਦੀਨ ਦਰਦ ਨਿਵਾਰ, ਹੇ ਸਮਰੱਥ ਅਗੰਮ ਪੂਰਨ ਮੋਹਿ ਮਾਇਆ ਤਾਰ, ਅੰਧਕੂਪ ਮਹਾ ਭਿਆਨ ਨਾਨਕ ਪਾਰ ਉਤਾਰ, ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਿਆਲ, ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ, ਜੋ ਸ਼ਰਧਾ ਕਰ ਸੇਵਦੇ ਗੁਰੂ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।